ਵਾਇਸ ਆਫ ਇੰਡੀਆ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ। ਮੈਂ ਐਮਪੀ ਸਿੰਘ ਤੇ ਮੇਰੇ ਨਾਲ ਸਟੂਡੀਓ 'ਚ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ ਜੀ ਸਾਹਿਬ। ਜਵੰਦਾ ਜੀ, ਆਪਾਂ ਪ੍ਰੋਗਰਾਮ ਕਰਦੇ ਹੁੰਦੇ ਹਾਂ ਐਵਰੀ ਵੀਕ, ਜੇ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ ਹੈ। ਦੁਨੀਆ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇਹੋ ਜਿਹੇ ਖੂਬਸੂਰਤ ਗੀਤ ਲਿਖੇ, ਗਾਏ, ਫਿਲਮਾਏ ਗਏ, ਮੋਸਟਲੀ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਅੱਜ ਇੱਕ ਬਹੁਤ ਦੁੱਖ ਭਰੀ ਸਾਡੇ ਵਾਸਤੇ ਗੱਲ ਹੈ। 3-4 ਦਿਨ ਪਹਿਲਾਂ ਪਾਕਿਸਤਾਨ ਦੇ ਬਹੁਤ ਹੀ ਮਕਬੂਲ ਗਾਇਕ ਸ਼ੌਕਤ ਅਲੀ ਸਾਹਿਬ, ਉਹਨਾਂ ਦੀ ਮੌਤ ਹੋ ਗਈ, ਡੈਥ ਹੋ ਗਈ, ਇਸ ਦੁਨੀਆ ਤੋਂ ਕੂਚ ਕਰ ਗਏ। ਸ਼ੌਕਤ ਅਲੀ ਸਾਹਿਬ ਨੂੰ ਜਿੱਥੋਂ ਤੱਕ ਮੈਨੂੰ ਪਤਾ ਜੀ ਕਿ ਉਨੀ ਹੀ ਮਾਨਤਾ ਪਾਕਿਸਤਾਨ ਵਿੱਚ ਤੇ ਉਦੋਂ ਕਈ ਗੁਣਾ ਵੱਧ ਹਿੰਦੁਸਤਾਨ ਵਿੱਚ ਰਹੀ ਹੈ ਬਤੌਰ ਗਾਇਕ, ਪਰ ਉਹ ਆਪਦੇ ਦੇਸ਼ ਦੇ ਵਿੱਚ ਉਨੇ ਵੱਡੇ ਗਾਇਕ ਸਨ ਜਿੱਡੇ ਵੱਡੇ ਹਿੰਦੁਸਤਾਨ ਵਿੱਚ ਮੁਹੰਮਦ ਰਫੀ ਜਾਂ ਕਿਸ਼ੋਰ ਕੁਮਾਰ ਜਾਂ ਲਤਾ ਮੰਗੇਸ਼ਕਰ। ਇੰਨੀ ਮਾਨਤਾ, ਇੰਨਾ ਮਾਣ ਸਤਿਕਾਰ ਉਹਨਾਂ ਨੂੰ ਰਿਹਾ। ਮਰਨ ਤੋਂ ਪਹਿਲਾਂ ਉਹ ਕਹਿੰਦੇ ਵੀ ਹੌਸਪੀਟਲ ਦੇ ਵਿੱਚ ਜਦੋਂ ਜਿਗਰ ਦੇ ਡੈਮੇਜ ਹੋ ਗਿਆ, ਉਹਦੇ ਪੇਸ਼ੈਂਟ ਸੀ, ਹੌਸਪੀਟਲ 'ਚ ਰਹੇ ਕਾਫੀ ਦੇਰ, ਪਹਿਲਾਂ ਵੀ ਰਹੇ, ਹੁਣ ਫਿਰ ਦੁਬਾਰਾ ਰਹੇ। ਉਹਨਾਂ ਨੇ ਇੱਕ ਹੌਕਾ ਲੈ ਕੇ ਗੱਲ ਕਹੀ ਕਿ ਲੋਕ ਮੇਰੇ ਵਾਸਤੇ ਫੁੱਲ ਲੈ ਕੇ ਆ ਰਹੇ, ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ। ਹਾਂਜੀ, ਹੁੰਦਾ ਹੀ ਆ ਰਿਵਾਜ ਜੀ, ਜਦੋਂ ਹੌਸਪੀਟਲ ਵਿੱਚ ਕੋਈ ਹੋਵੇ, ਜੇ ਥੋੜਾ ਖਾਂਦਾ ਪੀਂਦਾ ਖਾ ਪੀ ਸਕਦਾ ਹੋਵੇ ਤੇ ਉਹਦੇ ਵਾਸਤੇ ਫਰੂਟ ਲੈ ਕੇ ਜਾਂਦੇ ਲੋਕੀ, ਜੇ ਨਾ ਖਾ ਪੀ ਸਕਦਾ ਹੋਵੇ ਤੇ ਉਹਦੇ ਵਾਸਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਜਾਂਦੇ। ਉਹ ਕਹਿੰਦੇ ਸਾਰੀ ਉਮਰ ਮੈਂ ਪੈਸੇ ਨੂੰ ਤਰਸਦਾ ਰਿਹਾ। ਸ਼ੋਹਰਤ ਬਹੁਤ ਸੀ, ਪੈਸਾ ਨਹੀਂ ਸੀ। ਇਹ ਆਮ ਗੱਲ ਹੁੰਦੀ ਹੈ ਸ਼ਾਇਰਾਂ ਵਿੱਚ। ਸ਼ਾਇਰ ਭੁੱਖੇ ਮਰ ਜਾਂਦੇ, ਖੂਹ 'ਚ ਛਾਲਾਂ ਮਾਰ ਕੇ ਮਰ ਜਾਂਦੇ, ਅਨਿਆਈ ਮੌਤ ਮਰ ਜਾਂਦੇ। ਠੀਕ ਹੈ ਤੁਹਾਡੀ ਗੱਲ, ਠੀਕ ਹੈ ਜੀ। ਨੰਦ ਲਾਲ ਨੂਰਪੁਰੀ ਦਾ ਵਾਲਾ ਸ਼ਾਇਰ ਤੁਸੀਂ, ਔਰ ਬਹੁਤ ਸਾਰੇ ਸ਼ਾਇਰ ਮੈਂ ਇੱਦਾਂ ਦੇ ਜਾਣਦਾ ਜਿਹੜੇ ਸੰਤਨਾਮ ਉਦਾਸੀ ਹੋਏ ਜੀ, ਘਰ ਰੋਟੀ ਖਾਣ ਨੂੰ ਹੈ ਨਾ, ਤੇ ਉਹ ਸ਼ਿਵ ਕੁਮਾਰ ਬਟਾਲਵੀ ਲਾ ਲਓ, ਸ਼ਿਵ ਕੁਮਾਰ ਬਟਾਲਵੀ ਮੂਵਮੈਂਟ ਬੜੀ ਬੁਰੀ ਤਰ੍ਹਾਂ ਇਸ ਤਰੀਕੇ ਇਹਨਾਂ ਦੀ ਜ਼ਿੰਦਗੀ ਸਾਰਿਆਂ ਦੀ ਇਸ ਤਰ੍ਹਾਂ ਦੀ ਕਿਉਂ ਹੁੰਦੀ ਹੈ। ਆਪਾਂ ਜਨਾਬ ਸ਼ੌਕਤ ਅਲੀ ਸਾਹਿਬ ਦੀ ਵੀ ਗੱਲ ਕਰਾਂਗੇ, ਨਾਲ ਦੀ ਨਾਲ ਇਸ ਫੀਲਡ ਦੇ ਵਿੱਚ ਜਿਹੜੇ ਬੇਸ਼ੁਮਾਰ ਲੋਕ ਹੋਏ ਆ, ਜਿਨ੍ਹਾਂ ਦੀਆਂ ਮੈਂ ਕੁਰਬਾਨੀਆਂ ਹੀ ਸਮਝਦਾ, ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਿ ਉਹਨਾਂ ਨੇ ਆਪਦੇ ਢਿੱਡ ਨੂੰ ਗੰਢ ਮਾਰ ਕੇ ਆਪਦੇ ਫਨ ਦਾ ਮੁਜ਼ਾਹਰਾ ਵੀ ਕੀਤਾ, ਔਰ ਉਹਨਾਂ ਦੀ ਜਿਹੜਾ ਗੀਤ ਹੈ ਜਿਹਨੇ ਲਿਖਿਆ ਉਹ ਵੀ ਯਾਦ ਰਹਿਣੇ ਆ, ਜਿਨ੍ਹਾਂ ਨੇ ਗਾਏ ਆ ਉਹ ਵੀ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ। ਕੀ ਕਾਰਨ ਹੈ ਸਾਰਾ ਕੁਛ ਇਸ ਤਰ੍ਹਾਂ ਕਿਉਂ ਹੁੰਦਾ? ਦੇਖੋ ਜੀ ਐਮਪੀ ਸਿੰਘ ਜੀ, ਜਦੋਂ ਬੰਦਾ ਸ਼ੋਹਰਤ ਦੀ ਤੀਸੀ 'ਤੇ ਹੁੰਦਾ ਨਾ, ਬਿਲਕੁਲ ਜ਼ੈਨਤ 'ਤੇ ਹੁੰਦਾ, ਟੌਪ 'ਤੇ ਹੁੰਦਾ, ਉਦੋਂ ਬਹੁਤ ਸਾਰੇ ਲੋਕੀ ਆਪਣੇ ਆਪ ਨੂੰ ਚਮਕਾਉਣ ਦੀ ਖਾਤਰ ਉਹ ਚਮਕਦੀ ਚੀਜ਼ ਵੱਲ ਅਟਰੈਕਟ ਹੁੰਦੇ ਆ। ਠੀਕ ਹੈ ਜੀ। ਲੇਕਿਨ ਜਦੋਂ ਉਹ ਸਿਤਾਰਾ ਡੁੱਬਣ ਲੱਗਦਾ ਨਾ, ਫਿਰ ਉਹ ਕੋਈ ਹੋਰ ਚਮਕਦੀ ਚੀਜ਼ ਲੱਭਦੇ, ਉੱਧਰ ਨੂੰ ਹੋ ਤੁਰਦੇ ਆ। ਠੀਕ ਹੈ ਜੀ। ਉਹ ਜਿਹੜੀ ਇੱਕ ਚੀਜ਼ ਬਿਲਕੁਲ ਬੁਲੰਦੀ 'ਤੇ ਹੁੰਦੀ, ਉਹ ਜਦੋਂ ਡਿਕਲਾਈਨ ਉਹਦਾ ਹੁੰਦਾ, ਉਦੋਂ ਸਾਰੇ ਸਾਥ ਛੱਡ ਜਾਂਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ 1972 'ਚ ਇੰਗਲੈਂਡ ਗਿਆ ਸ਼ਿਵ ਕੁਮਾਰ ਬਟਾਲਵੀ, ਘਰਦਿਆਂ ਭੇਜਿਆ ਵੀ ਉੱਥੇ ਜਾ ਕੇ ਤੇ ਪਾਉਂਡ ਕਮਾ ਕੇ ਲਿਆ ਥੋੜ੍ਹੇ ਜਿਹੇ, ਘਰ ਦੀ ਹਾਲਤ ਥੋੜ੍ਹੀ ਠੀਕ ਹੋਏ। ਲੇਕਿਨ ਉੱਥੇ ਕੀ ਹੁੰਦਾ ਸੀ ਕਿ ਉੱਥੇ ਮਹਿਫਲਾਂ ਲੱਗਦੀਆਂ ਸੀ, ਉਹਨੂੰ ਰੱਜ ਕੇ ਸ਼ਰਾਬ ਪਿਆਈ ਜਾਂਦੀ ਸੀ। ਠੀਕ ਹੈ ਜੀ। ਰੱਜ ਕੇ ਸ਼ਰਾਬ ਪਿਆਈ ਜਾਂਦੀ ਸੀ, ਫਿਰ ਉਹਦੇ ਕੋਲ ਸ਼ੇਰੋ ਸ਼ਾਇਰੀ ਸੁਣੀ ਜਾਂਦੀ ਸੀ। ਠੀਕ ਹੈ ਜੀ। ਅਤੇ ਵਾਹਵਾ ਹੁੰਦੀ ਸੀ, ਬਹੁਤ ਸਾਰੇ ਉਹਦੇ ਸੋਲੇ ਗਾਏ ਜਾਂਦੇ ਸੀ। ਲੇਕਿਨ ਉਹਦੀ ਜਿਹੜਾ ਲਿਵਰ ਸੀ ਉਹ ਪੂਰਾ ਖਰਾਬ ਹੋ, ਗੁਰਦੇ ਅਤੇ ਲਿਵਰ ਸਾਰੇ ਖਰਾਬ ਹੋ ਗਏ। ਫਿਰ ਉਹ ਜਦੋਂ ਆ ਕੇ ਚੰਡੀਗੜ੍ਹ ਭਰਤੀ ਹੋਇਆ ਅਤੇ ਉਦੋਂ ਉਹ ਕਹਿੰਦਾ ਕਿ ਮੈਂ ਇੱਥੇ ਲੋਕਾਂ ਨੂੰ ਬਹੁਤ ਸ਼ਰਾਬ ਪਿਆਈ, ਬਹੁਤ ਜ਼ਿਆਦਾ ਉਹਨਾਂ ਨੂੰ ਮੈਂ ਐਸ਼ ਕਰਵਾਈ ਇੱਥੇ, ਅਤੇ ਮੇਰੇ ਬੜੇ ਸ਼ੁਭ ਚਿੰਤਕ ਹੋਣੇ ਇੱਥੇ, ਲੇਕਿਨ ਉੱਥੇ ਪਤਾ ਲੈਣ ਕੋਈ ਨਹੀਂ ਆਇਆ। ਫਿਰ ਆਪਣੀ ਵਾਈਫ ਨੂੰ ਕਹਿੰਦਾ ਕਿ ਮੇਰੇ ਕੋਲ ਜਿੰਨੇ ਕੁ ਪੈਸੇ ਬਚੇ ਹੈ ਨਾ, ਉਹਨਾਂ ਦੀ ਇੱਕ ਟੈਕਸੀ ਕਰ ਅਤੇ ਆਪਾਂ ਪਿੰਡ ਚੱਲੀਏ, ਮੰਗਿਆਲ, ਗੁਰਦਾਸਪੁਰ ਲਾਗੇ ਪਿੰਡ ਹੈ। ਫਿਰ ਉੱਥੇ ਆ ਕੇ ਉਹਦੀ ਜਾਨ ਨਿਕਲੀ ਹੈ। ਲੇਕਿਨ ਬੜੀ ਗੁੰਮਨਾਮੀ ਦੀ ਜ਼ਿੰਦਗੀ 'ਚ ਉਹਦੀ ਜਾਨ ਨਿਕਲੀ ਹੈ। ਠੀਕ ਹੈ ਜੀ। ਸੋ ਇਹ ਹੈ ਕਿ ਇਸ ਚੀਜ਼ ਨੂੰ ਇੱਕ ਗਾਇਕ, ਇੱਕ ਜਿਹੜਾ ਸ਼ਾਇਰ ਹੈ ਜਾਂ ਇੱਕ ਲੇਖਕ ਹੈ, ਉਸਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿੰਨੀ ਭੀੜ ਮੇਰੇ ਆਸੇ ਪਾਸੇ ਹੋਣਾ ਹੈ ਜਦੋਂ ਮੇਰਾ ਸਿਤਾਰਾ ਬੁਲੰਦੀ 'ਤੇ ਹੈ, ਉਨੀ ਭੀੜ ਉਦੋਂ ਨਹੀਂ ਰਹਿਣੀ ਜਦੋਂ ਮੇਰੀ ਡਿਕਲਾਈਨ ਹੋਣਾ ਹੈਗਾ। ਠੀਕ ਹੈ ਜੀ। ਸੋ ਉਸ ਚੀਜ਼ ਨੂੰ ਜਿਹੜੇ ਬੰਦੇ ਪ੍ਰੀਪੇਅਰ ਨਹੀਂ ਕਰਦੇ ਆਪਣੇ ਆਪ ਨੂੰ, ਉਸ ਚੀਜ਼ ਵਾਸਤੇ ਜਿਹੜੇ ਬੰਦੇ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕਰਦੇ, ਉਹ ਹਮੇਸ਼ਾ ਗੁੰਮਨਾਮੀ, ਹਮੇਸ਼ਾ ਡਿਪਰੈਸ ਹੋ ਕੇ ਉਹਨਾਂ ਦੀ ਜਾਨ ਨਿਕਲਦੀ ਹੈ। ਪਰ ਐਟ ਦ ਸੇਮ ਟਾਈਮ
ਜਿਹੜੇ ਪਾਠਕ ਹੁੰਦੇ ਨੇ, ਜਿਹੜੇ ਪ੍ਰਸ਼ੰਸਕ ਹੁੰਦੇ ਨੇ, ਉਹਨਾਂ ਦਾ ਇੱਕ ਫਰਜ਼ ਬਣਦਾ ਕਿ ਜਿਹੜੇ ਬੰਦੇ ਨੂੰ ਤੁਸੀਂ ਤਲੀਆਂ 'ਤੇ ਚੱਕਿਆ ਇੱਕ ਟਾਈਮ 'ਤੇ, ਜੇ ਉਹਦੇ 'ਤੇ ਕੋਈ ਮਾੜਾ ਟਾਈਮ ਆਇਆ ਹੈਗਾ ਤੇ ਉਸ ਟਾਈਮ 'ਤੇ ਵੀ ਉਹਨੂੰ ਮੋਰਲ ਅਤੇ ਫਾਈਨੈਂਸ਼ੀਅਲ ਸਪੋਰਟ ਦੇਣੀ ਬਹੁਤ ਜ਼ਰੂਰੀ ਹੈ। ਸਤੀਸ਼ ਕੌਲ ਲਾ ਲਓ ਤੁਸੀਂ। ਸਤੀਸ਼ ਕੌਲ ਇੱਕ ਟਾਈਮ 'ਤੇ ਸਤੀਸ਼ ਕੌਲ ਜਾਂ ਵਰਿੰਦਰ ਦੋ ਹੀ ਹੀਰੋ ਹੁੰਦੇ ਸੀ, ਠੀਕ ਹੈ ਜੀ। ਔਰ ਲਾਸਟ ਮੂਮੈਂਟ ਇੱਕ ਐਸੀ ਆਈ ਕਿ ਉਹਦੀ ਇੱਕ ਟੇਕ ਕੇਅਰ ਕਰਨ ਵਾਲੇ ਬੱਚੇ ਸਾਰੇ ਦੌੜ ਗਏ, ਵਾਈਫ ਉਹਦੀ ਅਮਰੀਕਾ ਚਲੀ ਗਈ ਹੈ ਨਾ ਜੀ, ਛੱਡ ਕੇ ਉਹਨੂੰ, ਅਤੇ ਇੱਕ ਉਹਦੀ ਪ੍ਰਸ਼ੰਸਕ ਸੀ, ਉਹਨੇ ਉਹਨੂੰ ਸਾਂਭਿਆ ਉਹਨੂੰ, ਠੀਕ ਹੈ ਜੀ। ਲੁਧਿਆਣੇ ਕਿਸੇ ਕਿਰਾਏ ਦੇ ਘਰ 'ਚ ਸਾਰੇ ਪੈਸੇ ਮੁੱਕੇ, ਫਿਰ ਉਹਨੇ ਇੱਕ ਅਪੀਲ ਕੀਤੀ ਕਿ ਮੇਰੀ ਹਾਲਤ ਬਹੁਤ ਖ਼ਰਾਬ ਹੈ, ਮੈਨੂੰ ਥੋੜ੍ਹੀ ਸਪੋਰਟ ਕਰੋ, ਮੈਂ ਬੜੀ ਬੁਰੀ ਹਾਲਤ 'ਚ ਹਾਂ, ਮੇਰਾ ਸਾਰਾ ਸਾਥ ਛੱਡ ਗਿਆ ਅਤੇ ਮੈਂ ਤੁਹਾਨੂੰ, ਚਲੋ ਇੰਨੀ ਮੇਰੇ ਕੋਲ ਪੰਜਾਬੀ ਚਲੋ ਨਹੀਂ ਪ੍ਰੋਪਰ ਬੋਲੀ ਜਾਂਦੀ ਸੀ, ਲੇਕਿਨ ਮੈਂ ਇੱਕ ਪੰਜਾਬੀ ਦੀ ਬੜੀ ਸੇਵਾ ਕੀਤੀ ਇੱਕ ਟਾਈਮ 'ਤੇ, ਠੀਕ ਹੈ ਜੀ। ਤਾਂ ਲੋਕ ਅੱਗੇ ਆਏ ਵੀ, ਗਾਇਕ ਆਏ, ਪ੍ਰੋਡਿਊਸਰ ਆਏ, ਨਿਰਮਾਤਾ ਆਏ, ਹੋਰ ਜਿਹੜੇ ਨੇ ਸ਼ੁਭਚਿੰਤਕ ਅੱਗੇ ਆਏ ਅਤੇ ਉਹਨਾਂ ਨੇ ਸਪੋਰਟ ਕੀਤੀ। ਹੁਣ ਪਤਾ ਨਹੀਂ ਕਾਫੀ ਦੇਰ ਤੋਂ ਕੋਈ ਖਬਰ ਨਹੀਂ ਹੈ, ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੀ ਲਾਈਫ ਜਿਹੜੀ ਹੈ ਬੁਲੰਦੀ 'ਤੇ ਬਹੁਤ ਥੋੜ੍ਹੀ ਹੁੰਦੀ ਹੈ। ਮੁਹੰਮਦ ਰਫੀ ਹੈ 1982, ਮੈਨੂੰ ਸਟਿਲ ਯਾਦ ਹੈ 31 ਜੁਲਾਈ ਨੂੰ ਡੈਥ ਹੋਈ ਸੀ ਉਹਦੀ 1980 'ਚ, ਠੀਕ ਹੈ ਜੀ। ਅਤੇ ਉਸ ਟਾਈਮ 'ਤੇ ਔਰ ਇੱਕ ਚੀਜ਼ ਇਹ ਹੈ ਕਿ ਗਾਇਕ ਜਿਹੜਾ ਨਾ, ਉਹਨੂੰ ਕਈ ਵਾਰੀ ਅਹਿਸਾਸ ਹੋ ਜਾਂਦਾ ਹੈ ਕਿ ਮੇਰਾ ਟਾਈਮ ਆ ਗਿਆ, ਠੀਕ ਹੈ ਜੀ। ਇੱਕ ਦੋ ਪਹਿਲਾਂ ਗਾਣੇ ਜਿਹੜੇ ਬਿਲਕੁਲ ਲੇਟੈਸਟ ਗਾਣੇ ਜਿਹੜੇ ਉਸ ਟਾਈਮ 'ਤੇ ਮਰਨ ਤੋਂ ਪਹਿਲਾਂ ਗਾਏ, ਉਹ ਮੈਂ ਸੁਣਦਾ ਨਾ ਕਈ ਵਾਰੀ, ਉਹਨਾਂ 'ਚ ਵੀ ਅਹਿਸਾਸ ਸੀ ਕਿ ਜਿਸ ਤਰ੍ਹਾਂ ਮੁਹੰਮਦ ਰਫੀ ਜਿਹੜਾ, ਉਹਨੂੰ ਪਤਾ ਲੱਗ ਗਿਆ, ਅਹਿਸਾਸ ਹੋ ਗਿਆ ਕਿ ਮੈਂ ਜਾ ਰਿਹਾ ਹੈਗਾ, ਠੀਕ ਹੈ ਜੀ। ਮੁਕੇਸ਼, ਠੀਕ ਹੈ ਜੀ, ਸਡਨਲੀ ਡੈਥ ਹੋਈ। ਮੰਨਾ ਡੇ ਹੁੰਦਾ ਸੀ ਇੱਕ, ਉਹ ਵੀ, ਹਾਂਜੀ। ਪਰ ਇਹ ਹੈ ਕਿ ਇਹ ਚੀਜ਼ ਦਾ ਅਹਿਸਾਸ ਹਰ ਇੱਕ ਨੂੰ ਕਰਨਾ ਚਾਹੀਦਾ ਹੈ ਕਿ ਇਹ ਇੱਕ ਗਾਇਕ 'ਤੇ ਨਹੀਂ ਆਉਣਾ, ਇਹ ਮੂਮੈਂਟ ਹਰ ਇੱਕ 'ਤੇ ਆਉਣੀ ਹੈਗੀ ਹੈ। ਔਰ ਇਹ ਦੁਨੀਆ ਦਾ ਦਸਤੂਰ ਹੈ ਕਿ ਇਹ ਹੁੰਦਾ ਆਇਆ ਜੀ, ਸਦੀਆਂ ਤੋਂ ਹੁੰਦਾ ਆਇਆ ਇਸ ਤਰ੍ਹਾਂ ਕਿ ਜਦੋਂ ਗੁੜ ਬੜਾ ਮਿੱਠਾ ਹੁੰਦਾ, ਮੱਖੀਆਂ ਆਟੋਮੈਟਿਕਲੀ ਆ ਜਾਂਦੀਆਂ ਲਾਗੇ, ਠੀਕ ਹੈ ਜੀ। ਔਰ ਜਦੋਂ ਗੁੜ ਖਤਮ ਹੋ ਜਾਂਦਾ, ਮਿਠਾਸ ਖਤਮ ਹੋ ਜਾਂਦੀ ਉਹਦੇ 'ਚੋਂ ਡਿਊ ਟੂ ਕਿਸੇ ਕਾਰਨ ਕਰਕੇ, ਅਤੇ ਮੱਖੀਆਂ ਉੱਡ ਕੇ ਫਿਰ ਉਸ ਕੋਲ ਹੋ ਜਾਂਦੀਆਂ ਜਿੱਥੇ ਮਿਠਾਸ ਜ਼ਿਆਦਾ ਹੁੰਦੀ ਹੈ। ਜਨਾਬ ਸ਼ੌਕਤ ਅਲੀ ਦੀ ਅਸੀਂ ਗੱਲ ਕਰਦੇ ਹਾਂ ਜੀ। ਬੇਸ਼ੱਕ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਵੀ ਸਿੰਗਰ ਆ, ਲੇਖਕ ਆ, ਗਾਇਕ ਆ, ਕਵੀ ਹੈ, ਉਹ ਜ਼ਿੰਦਗੀ ਦੇ ਅਖੀਰਲੇ ਦਿਨ ਜਿਹੜੇ ਉਹ ਬੜੇ ਬੇਦਰਦੀ ਵਾਲੇ ਹੁੰਦੇ ਆ, ਕੱਲਾਪੇ ਵਾਲੇ ਹੁੰਦੇ ਆ, ਤਾਂ ਕਹਿ ਲਓ ਵੀ ਥੋੜ੍ਹਾਂ ਵਾਲੇ ਹੁੰਦੇ, ਥੋੜ੍ਹਾ ਭਰੇ ਦਿਨ ਹੁੰਦੇ ਆ। ਬੇਸ਼ੱਕ ਜਨਾਬ ਸ਼ੌਕਤ ਅਲੀ ਨਾਲ ਵੀ ਇੰਝ ਹੀ ਹੋਇਆ, ਪਰ ਉੱਥੋਂ ਦੀ ਸਰਕਾਰ ਨੇ ਬੜੀ ਮਾਨਤਾ ਦਿੱਤੀ ਉਹਨੂੰ ਲਾਸਟ ਮੂਮੈਂਟ 'ਤੇ ਵੀ, ਉਹਦੀ ਡੈਥ ਤੋਂ ਬਾਅਦ ਵੀ ਪ੍ਰਾਈਮ ਮਿਨਿਸਟਰ ਤੱਕ ਨੇ, ਉੱਥੋਂ ਦੇ ਰਾਸ਼ਟਰਪਤੀ ਤੱਕ ਨੇ ਉਹਨੂੰ ਸ਼ਰਧਾਂਜਲੀ ਦਿੱਤੀ। ਆਮ ਲੋਕਾਂ ਨੇ ਸੜਕਾਂ 'ਤੇ ਆ ਕੇ ਉਹਦੀ ਯਾਦ ਵਿੱਚ ਨਾਅਰੇ ਲਾਏ, ਉਹਦੀ ਯਾਦ ਨੂੰ ਤਾਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਗਾਏ ਗੀਤ, ਛੱਲਾ ਗੀਤ ਉਹਦਾ ਇੱਕ ਬਹੁਤ ਪਿਆਰਾ ਗਾਇਆ, ਛੱਲਾ ਦੁੱਲਾ ਭੱਟੀ ਉਹਨੇ ਬਹੁਤ ਵਧੀਆ ਗਾਇਆ। ਹੀਰ ਰਾਂਝਾ ਨੇ ਹੀਰ ਵਾਰਸ ਬਹੁਤ ਕਮਾਲ ਦੀ ਗਾਈ। ਉਹ ਹੀਰ ਰਾਂਝਾ ਨਹੀਂ ਗਾਇਆ, ਹੀਰ ਵਾਰਸ ਗਾਈ। ਇਹ ਮੈਨੂੰ ਨਹੀਂ ਪਤਾ ਫਰਕ ਕੀ ਹੈ, ਹੀਰ ਰਾਂਝਾ ਗਾਉਣਾ ਤੇ ਹੀਰ ਵਾਰਸ ਗਾਉਣਾ, ਇਹ ਕੀ ਫਰਕ ਹੈਗਾ। ਪਰ ਹੀਰ ਵਾਰਸ ਜਿੰਨੀ ਮਸ਼ਹੂਰ ਸ਼ੌਕਤ ਅਲੀ ਦੀ ਹੋਈ ਹੈ, ਸ਼ਾਇਦ ਮੈਂ ਤਾਂ ਪੰਜਾਬੀ ਦੇ ਕਿਸੇ ਹੋਰ ਗਾਇਕ ਦੇ ਹੱਥੋਂ, ਗਾਇਕ ਦੇ ਕੋਲੋਂ ਇੱਦਾਂ ਨਹੀਂ ਸੁਣਿਆ ਕਿ ਮੈਂ ਹੀਰ ਵਾਰਸ ਗਾ ਰਿਹਾ। ਸਾਰੇ ਕਹਿੰਦੇ ਹੀਰ ਰਾਂਝਾ ਗਾ ਰਿਹਾ, ਇਸ ਤਰੀਕੇ ਦੀ ਗੱਲ। ਬਹੁਤ ਸਾਰੇ ਹੋਰ ਇਹੋ ਜਿਹੇ ਗੀਤ, ਜਿੱਦਾਂ ਜੀ ਸਾਡੇ ਗਾਇਕਾਂ ਨੇ 62 ਦੀ ਲੜਾਈ, 65 ਦੀ ਲੜਾਈ, 71 ਦੀ ਲੜਾਈ ਦੇ ਵਿੱਚ ਦੇਸ਼ ਭਗਤੀ ਦੇ ਬਹੁਤ ਸਾਰੇ ਗੀਤ ਗਾਏ। ਔਰ ਜਿਹੜੇ ਮੈਂ 3 ਸੰਨ ਨਾਂ ਲਏ ਆ, ਉਹਨਾਂ 'ਚੋਂ 2 ਲੜਾਈਆਂ ਤਾਂ ਪਾਕਿਸਤਾਨ ਵਾਲੀ ਹੋਈਆਂ, 65 ਤੇ 71 ਦੀ ਲੜਾਈ। ਮੈਨੂੰ ਚੰਗੀ ਬੜੀ ਸੁਰਤ ਸੀ ਜੀ ਉਦੋਂ। ਅਸੀਂ ਵੀ ਕਹਿੰਦੇ ਹੁੰਦੇ ਸੀਗੇ ਵੀ ਸਾਡਾ ਦੇਸ਼ ਬਹੁਤ ਵਧੀਆ, ਯਾਨੀ ਦੂਜਿਆਂ ਦੇ ਮੁਕਾਬਲੇ 'ਚ। ਜਿੰਨੀ ਰੂਹ ਸਾਡੇ ਸਿੰਗਰਾਂ ਨੇ ਸਾਡੇ ਲੋਕਾਂ ਦੇ ਵਿੱਚ ਭਰੀ, ਜਾਨ ਭਰੀ, ਦੇਸ਼ ਪ੍ਰਤੀ, ਕੌਮ ਪ੍ਰਤੀ ਜਜ਼ਬਾ ਭਰਿਆ, ਇੱਦਾਂ ਹੀ ਜਜ਼ਬਾ ਸ਼ੌਕਤ ਅਲੀ ਨੇ ਭਰਿਆ ਪਾਕਿਸਤਾਨੀਆਂ ਵਾਸਤੇ। ਉਹਨੇ ਦੇਖੋ, ਇਹ ਤਾਂ ਇੱਕ ਰਾਜਨੀਤਿਕ ਗੱਲ ਹੈ ਨਾ ਕਿ ਪਾਕਿਸਤਾਨ ਜਿਹੜਾ ਵਾ ਉਹ ਕਹੀ ਜਾਂਦਾ ਕਿ ਇਹ ਮੁਲਕ ਮੇਰਾ ਦੁਸ਼ਮਣ ਆ, ਤੇ ਇੰਡੀਆ ਕਹੀ ਜਾਂਦਾ ਕਿ ਮੇਰਾ ਪਾਕਿਸਤਾਨ ਦੁਸ਼ਮਣ ਆ। ਅਸਲ 'ਚ ਲੋਕ ਥੋੜ੍ਹੀ ਦੁਸ਼ਮਣ ਆ, ਰਾਜਸੀ ਬੰਦੇ ਜਿਹੜੇ ਆ, ਉਹਨਾਂ ਨੇ ਦੁਸ਼ਮਣੀ ਦੀਆਂ ਕੰਧਾਂ ਖੜੀਆਂ ਕੀਤੀਆਂ, ਦੁਸ਼ਮਣੀ ਦੀਆਂ ਸਰਹੱਦਾਂ ਬਣਾ ਦਿੱਤੀਆਂ, ਲੀਕਾਂ ਵਾਹਤੀਆਂ, ਵਾਘੇ ਬਣਾ ਦਿੱਤੇ, ਠੀਕ ਹੈ ਜੀ। ਪਰ ਦੇਖੋ, ਉਸ ਬੰਦੇ ਨੇ, ਸ਼ੌਕਤ ਅਲੀ ਨੇ, ਆਪਦੇ ਦੇਸ਼ ਦੇ ਪ੍ਰਤੀ ਇਮਾਨਦਾਰੀ ਨਾਲ ਲੋਕਾਂ 'ਚ ਜਜ਼ਬਾ ਭਰਿਆ,
ਉਹਨਾਂ ਦੇ ਵਿੱਚ ਉਹ ਰੂਹ ਫੂਕੀ ਕਿ ਤੁਸੀਂ ਆਪਣੀ ਕੌਮ ਪ੍ਰਸਤੀ ਕਰੋ, ਦੇਸ਼ ਨਾਲ ਪਿਆਰ ਕਰੋ। ਇਹ ਜਿਹੜੀ ਲੜਾਈ ਹੈ ਇਹਦੇ ਵਿੱਚ ਸਾਡੀ ਜਿੱਤ ਹੋਊਗੀ। ਜਿੱਤ ਹੋਈ ਨਹੀਂ ਹੋਈ, ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ, ਇਸ ਗੱਲ ਨੂੰ ਅਸੀਂ ਨਹੀਂ ਡਿਸਕਸ ਕਰਦੇ, ਨਾ ਸਾਡਾ ਇਹ ਸਬਜੈਕਟ ਹੈ। ਪਰ ਸਾਡਾ ਸਬਜੈਕਟ ਇਹ ਹੈ ਕਿ ਇੱਕ ਗਾਇਕ ਜਿਹੜਾ ਜਿਹਨੇ ਆਪਦੀ ਜ਼ਿੰਦਗੀ ਲਾਤੀ, 78 ਵਰ੍ਹਿਆਂ ਦੇ ਹੋ ਕੇ ਉਹਨਾਂ ਦੀ ਡੈਥ ਹੋਈ ਸੀ, 78 ਵਰ੍ਹਿਆਂ 'ਚੋਂ 50 ਵਰ੍ਹੇ ਤਾਂ ਉਹਨਾਂ ਨੇ ਗਾਇਆ, ਠੀਕ ਹੈ ਜੀ, ਔਰ ਉਹਨਾਂ ਨੇ ਆਪਣਾ ਪੂਰਾ ਜੀ ਜਾਨ ਜ਼ੋਰ ਲਾਤਾ ਆਪਦੇ ਦੇਸ਼ ਦੇ ਲੋਕਾਂ ਵਾਸਤੇ ਗਾਉਣ ਲਈ। ਜੇ ਉਹਨੇ ਹੀਰ ਗਾਈ ਵਾਰਸ ਦੀ, ਜੇ ਉਹਨੇ ਛੱਲਾ ਗਾਇਆ, ਜੇ ਉਹਨਾਂ ਨੇ ਹੋਰ ਇਹੋ ਜਿਹੇ ਗੀਤ ਗਾਏ, ਇੱਥੋਂ ਤੱਕ ਜੱਗਾ ਡਾਕੂ ਗਾਇਆ ਜੀ, ਜੱਗਾ ਹੈ ਜੀ, ਉਹਦੇ ਬਾਰੇ ਵੀ ਉਹਨੇ ਗਾਇਆ। ਤੇ ਜੇ ਉਹਨੇ ਗਾਇਆ ਤਾਂ ਉਹਨੇ ਆਪਦੇ ਸੱਭਿਆਚਾਰ ਦੀ ਸੇਵਾ ਕੀਤੀ, ਆਪਦੇ ਦੇਸ਼ ਦੀ ਸੇਵਾ ਕੀਤੀ। ਇਹ ਮੈਂ ਤੁਹਾਡੀ ਗੱਲ ਨੂੰ ਲੈ ਕੇ ਕਹਿੰਦਾ ਜੀ ਵੀ ਕੀ ਸਾਡੇ ਸਮਾਜ ਦਾ, ਕੀ ਸਾਡੀਆਂ ਸਰਕਾਰਾਂ ਦਾ ਕੋਈ ਫਰਜ਼ ਨਹੀਂ ਕਿ ਜੇ ਕਿਸੇ ਵਿਅਕਤੀ ਉੱਤੇ, ਉਹ ਵਿਅਕਤੀ ਜਿਹਦੀ ਇੰਪੋਰਟੈਂਸ ਹੈ ਸਾਡੀ ਸੁਸਾਇਟੀ ਵਾਸਤੇ, ਸਾਡੇ ਦੇਸ਼ ਵਾਸਤੇ, ਕੌਮ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਸ ਹੈ, ਤੇ ਉਹਨੂੰ ਅਸੀਂ ਜਿੰਦਾ ਰੱਖਣ ਵਾਸਤੇ ਕੁਛ ਤਾਂ ਕੋਸ਼ਿਸ਼ ਕਰੀਏ। ਮਰ ਤਾਂ ਸਭ ਨੇ ਜਾਣਾ, ਉਮਰ 78 ਸਾਲਾਂ ਦੇ ਹੋ ਕੇ ਮਰਦਾ, ਹੋ ਸਕਦਾ 88 ਦੇ ਹੋ ਕੇ ਮਰ ਜਾਂਦੇ, 10 ਸਾਲ ਹੋਰ ਜਿੰਦਾ ਰਹਿ ਜਾਂਦੇ, ਪਰ ਕੋਸ਼ਿਸ਼ ਨਾ ਸਮਾਜ ਨੇ ਕੀਤੀ ਨਾ ਸਰਕਾਰ ਨੇ ਕੀਤੀ। ਇੱਦਾਂ ਬਹੁਤ ਸਾਰੇ ਹੋਰ ਲੋਕ ਮਰੇ, ਬਹੁਤ ਹੈਗੇ ਨੇ ਜੀ, ਬਹੁਤ ਹੋਰ ਹੈਗੇ ਨੇ। ਔਰ ਇਹ ਚੀਜ਼ਾਂ ਦੋ ਪੱਖ ਨੇ। ਇੱਕ ਲੋਕਾਂ ਦਾ ਕੀ ਫਰਜ਼ ਬਣਦਾ ਹੈਗਾ, ਇਹੋ ਜਿਹੇ ਜਿਹੜੇ ਇੱਕ ਟਾਈਮ 'ਤੇ ਹੀਰੋ ਰਹੇ ਲੋਕ ਨੇ, ਜਿਹੜੇ ਨਾਇਕ ਸਨ, ਔਰ ਉਹਨਾਂ ਦਾ ਖੁਦ ਦਾ ਕੀ ਫਰਜ਼ ਬਣਦਾ ਹੈ। ਇਹ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਜੀ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਦੇਖੋ, ਇੱਕ ਸ਼ੁਰੂਆਤ ਹੁੰਦੀ ਹੈ, ਸਟਰਗਲ ਹੁੰਦੀ ਹੈ, ਫਿਰ ਬੰਦਾ ਟੌਪ 'ਤੇ ਜਾਂਦਾ, ਫਿਰ ਉਹ ਡਿਕਲਾਈਨ 'ਤੇ ਜਾਂਦਾ, ਠੀਕ ਹੈ ਜੀ। ਜ਼ਿਆਦਾਤਰ ਬੰਦੇ ਡਿਕਲਾਈਨ ਵਾਸਤੇ ਪ੍ਰਿਪੇਅਰ ਨਹੀਂ ਕਰਦੇ ਆਪਣੇ ਆਪ ਨੂੰ, ਠੀਕ ਹੈ ਜੀ। ਡਿਕਲਾਈਨ ਜਦੋਂ ਸ਼ੁਰੂ ਹੁੰਦਾ ਹੈ ਤੇ ਉਸ ਟਾਈਮ 'ਤੇ ਉਹਨਾਂ ਨੂੰ ਜਿਹੜੇ TC ਦੇ ਦਿਨ ਨੇ ਉਹ ਯਾਦ ਕਰਕੇ ਬਹੁਤ ਜ਼ਿਆਦਾ ਦੁੱਖ ਹੁੰਦਾ, ਠੀਕ ਹੈ ਜੀ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਇੱਕ ਜਿਹੜਾ ਪਹਿਲਾ ਸੁਪਰਸਟਾਰ ਰਾਜੇਸ਼ ਖੰਨਾ ਹੋਇਆ, ਠੀਕ ਹੈ ਜੀ। ਰਾਜੇਸ਼ ਖੰਨਾ ਨੇ ਇੱਕ ਕੰਟੀਨਿਊਸ ਤਰੀਕੇ ਨਾਲ ਉਹਨੇ 17 ਫਿਲਮਾਂ, ਹਿੱਟ ਫਿਲਮਾਂ ਦਿੱਤੀਆਂ ਹਰ ਸਾਲ, ਠੀਕ ਹੈ ਜੀ। ਜਿਸ 'ਚ ਆਰਾਧਨਾ ਸੀ, ਆਪਕੀ ਕਸਮ ਸੀ, ਫਿਰ ਬਾਕੀ ਹੋਰ ਕਿੰਨੀਆਂ ਸੀ ਮੂਵੀਆਂ, ਰੋਟੀ ਸੀ, ਔਰ ਬਹੁਤ ਸਾਰੀਆਂ ਮੂਵੀਆਂ ਸੀ। ਇੱਕ ਤੋਂ ਇੱਕ ਬਾਅਦ ਆਨ ਮਿਲੋ ਸਜਣਾ ਸੀ, ਬਹੁਤ ਸੋਹਣੇ ਗਾਣੇ ਉਹਦੇ। ਲੇਕਿਨ ਜਦੋਂ ਇੰਟਰੋਡਕਸ਼ਨ ਹੋਈ ਅਮਿਤਾਭ ਬੱਚਨ ਦੀ, ਠੀਕ ਹੈ ਜੀ, ਉਸ ਟਾਈਮ 'ਤੇ ਏਜ ਡਿਫਰੈਂਸ ਸੀ, ਉਹ ਚੜ੍ਹਦੀ ਜਵਾਨੀ ਜਾ ਰਿਹਾ ਸੀ, ਉਹ ਥੋੜ੍ਹਾ, ਠੀਕ ਹੈ ਜੀ, ਆਪਸ ਵਿੱਚ ਬੜਾ ਕਲੈਸ਼ ਹੋਣ ਲੱਗ ਪਿਆ। ਫਿਰ ਇਹਨਾਂ ਦੋਨਾਂ ਨੇ ਇੱਕ ਫਿਲਮ ਵੀ ਬਣਾਈ, ਇੱਕ ਨਮਕ ਹਰਾਮ ਮੂਵੀ ਸੀ, ਠੀਕ ਹੈ ਜੀ। ਇੱਕ ਆਨੰਦ ਮੂਵੀ ਤੁਸੀਂ ਦੇਖੀ ਹੋਣੀ ਆ, ਆਨੰਦ ਵਿੱਚ ਦੋਨੋਂ ਹੀ ਲੱਗਦੇ ਨਹੀਂ ਸੀ ਵੀ ਦੋਨੋਂ ਹੀਰੋ ਕਿਹੜਾ ਤੇ ਸਾਈਡ ਹੀਰੋ ਕਿਹੜਾ, ਦੋਨੋਂ ਹੀਰੋ ਲੱਗਦੇ, ਹਾਂਜੀ। ਪਰ ਇੱਕ ਟਾਈਮ ਫਿਰ ਐਸਾ ਆਇਆ ਕਿ 71, 72, 73, 74 ਤੋਂ ਬਾਅਦ ਉਹਦਾ ਡਿਕਲਾਈਨ ਸ਼ੁਰੂ ਹੋ ਗਿਆ, ਉਹਦਾ ਉਭਾਰ ਸ਼ੁਰੂ ਹੋ ਗਿਆ, ਠੀਕ ਹੈ ਜੀ। ਉਭਾਰ ਸ਼ੁਰੂ ਹੋਇਆ ਤੇ ਫਿਰ ਉਸ ਬੰਦੇ ਦੇ ਦਿਮਾਗ 'ਤੇ ਇੱਕ ਤੇ ਆਪਣੇ ਜਿਹੜੇ ਪੁਰਾਣੇ ਦਿਨ ਸੀ ਉਹ ਚਿੱਤੇ ਆ ਰਹੇ ਸੀ, ਦੂਜਾ ਇਹ ਚਿੱਤੇ ਆ ਰਿਹਾ ਸੀ ਕਿ ਹੁਣ ਮੇਰੇ ਵੱਲ ਭੀੜ ਕਿਉਂ ਅਟਰੈਕਟ ਇੰਨੀ ਕਿਉਂ ਨਹੀਂ ਹੁੰਦੀ, ਦੂਸਰੇ ਪਾਸੇ ਕਿਉਂ ਹੁੰਦੀ ਹੈ, ਠੀਕ ਹੈ ਜੀ। ਇਹਨਾਂ ਦੋਨਾਂ ਚੀਜ਼ਾਂ ਵਾਸਤੇ ਹਰ ਇਨਸਾਨ ਨੂੰ, ਹਰ ਪ੍ਰੋਫੈਸ਼ਨਲ ਨੂੰ, ਔਰ ਹਰ ਕਲਾਕਾਰ ਤੇ ਹਰ ਸਿੰਗਰ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿ ਅਗਰ ਮੇਰਾ ਅੱਜ ਉਭਾਰ ਹੈ ਤੇ ਮੇਰਾ ਡਿਕਲਾਈਨ ਵੀ ਆਉਣਾ ਹੈਗਾ। ਔਖਾ ਬੰਦਾ ਉਹ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕਰਦਾ। ਹੁਣ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਦਲੀਪ ਕੁਮਾਰ ਦੀ। ਦਲੀਪ ਕੁਮਾਰ ਜਿਹੜਾ ਹੁਣ 95 ਈਅਰਸ ਦਾ ਹੈ, ਉਹਨੂੰ ਇੱਕ ਪਾਕਿਸਤਾਨ ਨੇ ਵੀ ਤਮਗਾ-ਏ ਇਮਤਿਆਜ਼ ਕਰਕੇ ਬਹੁਤ ਵੱਡਾ ਇੱਕ ਸੀ ਅਵਾਰਡ ਦਿੱਤਾ, ਇੰਡੀਆ ਨੇ ਦਿੱਤਾ। ਜਦੋਂ ਇੰਡੀਆ 'ਚ ਦਿੱਤਾ ਉਹਨੂੰ ਲਾਈਫ ਟਾਈਮ ਅਚੀਵਮੈਂਟ ਦਿੱਤਾ, ਮਤਲਬ ਸ਼ਾਇਦ ਉਹਨੂੰ ਦਾਦਾ ਸਾਹਿਬ ਫਾਲਕੇ ਦਿੱਤਾ ਸੀ ਕਿ ਕਿਹੜਾ ਦਿੱਤਾ ਸੀ, ਤੇ ਉਹਨੂੰ ਹੋਸ਼ ਨਹੀਂ ਸੀ, ਠੀਕ ਹੈ ਜੀ। ਉਹਨੂੰ ਆਪਣੀ ਹੋਸ਼ ਨਹੀਂ ਸੀ। ਉਹਦੀ ਵਾਈਫ ਜਿਹੜੀ ਸਾਰਾ ਬਾਨੋ, ਉਹਨੇ ਉਹਨੂੰ ਸਹਾਰਾ ਦਿੱਤਾ, ਉਹਨੇ ਐਕਸੈਪਟ ਕੀਤਾ, ਉਹਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੋ ਕੀ ਰਿਹਾ। ਔਰ ਮੈਂ ਇਹ ਕੰਪੇਅਰ ਕਰ ਰਿਹਾ ਸੀ, ਮੈਂ ਕਿਹਾ ਦੇਖ ਲਓ, ਇਹ ਬੰਦਾ ਉਹੀ ਬੰਦਾ ਜਿਹੜਾ ਨਇਆ ਦੌਰ 'ਚ ਆਪਣੇ ਗਾਣਿਆਂ ਕਰਕੇ, ਆਪਣੇ ਡਾਂਸ ਕਰਕੇ, ਆਪਣੇ ਡਾਇਲਾਗ ਕਰਕੇ, ਆਪਣੀ ਫਾਈਟ ਕਰਕੇ ਲੋਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਸੀ। ਦਲੀਪ ਕੁਮਾਰ ਇੱਕ ਨਾਮ ਸੀ, ਇੱਕ ਆਈਕਨ ਸੀ, ਇੱਕ ਆਈਡਲ ਸੀ, ਇੱਕ ਸੰਸਥਾ ਸੀ, ਇੱਕ ਕੰਸਟਰਕਸ਼ਨ ਸੀ ਉਸ ਟਾਈਮ 'ਤੇ, ਹੈ ਨਾ ਜੀ, ਜਿੱਥੋਂ ਲੋਕੀ ਮੋਟੀਵੇਸ਼ਨ ਲੈਂਦੇ ਹੁੰਦੇ ਸੀ। ਅਨਾਰਕਲੀ ਮੂਵੀ, ਹਾਂਜੀ, ਅਨਾਰਕਲੀ ਮੂਵੀ ਜਿਹੜੀ ਹੈ, ਪਹਿਲਾਂ ਉਹਦਾ ਬਲੈਕ ਐਂਡ ਵਾਈਟ ਵਰਸ਼ਨ ਬਣਿਆ, ਫਿਰ 2004 'ਚ ਉਹਨੂੰ ਰੰਗੀਨ ਬਣਾਇਆ, ਰੰਗੀਨ ਕੀਤਾ, ਉਹਦੇ 'ਚ ਦੇਖ ਲਓ, ਠੀਕ ਹੈ ਜੀ।
ਦਾਗ ਮੂਵੀ ਹੈ, ਫਿਰ ਮਧੂਮਤੀ ਮੂਵੀ ਹੈ, ਫਿਰ ਹੋਰ ਕਿੰਨੀਆਂ ਮੂਵੀਜ਼ ਨੇ। ਦੇਖੋ ਪਰ ਮੈਂ ਇੱਕ ਚੀਜ਼ ਹੈ ਕਿ ਲਾਸਟ ਮੂਮੈਂਟ ਤੱਕ ਜਿਹੜਾ ਬੰਦਾ ਆਪਣੇ ਆਪ ਨੂੰ ਐਕਟਿਵ ਰੱਖਦਾ ਹੈ, ਲਾਸਟ ਮੂਮੈਂਟ ਤੱਕ ਜਿਹੜਾ ਬੰਦਾ ਆਪਣੇ ਆਪ ਨੂੰ ਬੜਾ ਮਤਲਬ ਸਰਕੂਲੇਸ਼ਨ 'ਚ ਰੱਖਦਾ ਹੈ, ਉਹ ਠੀਕ ਰਹਿੰਦਾ ਮੇਰੇ ਖਿਆਲ 'ਚ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਦੇਵਾਨੰਦ ਦੀ। ਦੇਵਾਨੰਦ ਦੀ ਜਿੱਦਣ ਡੈਥ ਹੋਈ ਹੈ, 94 ਈਅਰਸ ਸੀ ਜਦੋਂ ਉਹਦੀ ਡੈਥ ਹੋਈ ਹੈ, ਅਤੇ ਆਪਣੀ ਡੈਥ ਤੋਂ ਇੱਕ ਦਿਨ ਪਹਿਲਾਂ ਵੀ ਉਹ ਇੱਕ ਫਿਲਮ ਦੀ ਸਕ੍ਰਿਪਟ ਡਿਸਕਸ ਕਰ ਰਿਹਾ ਸੀ ਆਪਣੇ ਪ੍ਰੋਡਿਊਸਰ ਦੇ ਨਾਲ। ਠੀਕ ਹੈ ਜੀ। ਕਈ ਲੋਕਾਂ ਦੇ ਨੇਚਰ ਵਿੱਚ ਹੀ ਕੰਮ ਕਰਨਾ ਇਨਕਲਕੇਟ ਹੋਇਆ ਹੁੰਦਾ। ਠੀਕ ਹੈ ਜੀ। ਔਰ ਉਹ ਕਦੀ ਟਿਕ ਕੇ ਨਹੀਂ ਬੈਠਦੇ। ਔਰ ਜਿਹੜਾ ਬੰਦਾ ਬੈਠ ਗਿਆ ਨਾ ਇੱਕ ਵਾਰੀ, ਮੈਂ ਦੋ ਚੀਜ਼ਾਂ ਮੈਂ ਕਹਿੰਦਾ, ਇੱਕ ਤਾਂ ਆਪਣਾ ਅੰਜਾਮ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਕਿ ਅੱਜ ਜੇ ਮੈਂ ਰਿਪਲੇਸ ਕੀਤਾ ਕਿਸੇ ਨੂੰ ਅਤੇ ਕੱਲ੍ਹ ਨੂੰ ਮੈਨੂੰ ਵੀ ਰਿਪਲੇਸ ਕਰਨਾ ਕਿਸੇ ਨੇ। ਬਿਲਕੁਲ। ਦੂਜਾ, ਜਿਹੜੀ ਮਰਜ਼ੀ ਪੇਸ 'ਤੇ ਹੈ, ਜਿਹੜੀ ਪੇਸ ਕੁਦਰਤ ਤੁਹਾਨੂੰ ਅਲਾਓ ਕਰਦੀ ਹੈ, ਉਸ ਪੇਸ 'ਤੇ ਤੁਹਾਨੂੰ ਤੁਰਨਾ ਕਦੀ ਬੰਦ ਨਹੀਂ ਕਰਨਾ ਚਾਹੀਦਾ। ਠੀਕ ਹੈ ਜੀ। ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਜੀ, ਵੀ ਇੱਕ ਚਮਕ ਦਮਕ ਵਾਲੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ, ਅਤੇ ਉਹ ਕੋਈ ਵੀ ਜਿਹੜਾ ਕਲਾਕਾਰ ਉੱਧਰ ਨੂੰ ਅਟਰੈਕਟ ਹੋ ਜਾਂਦਾ, ਉਹਨੂੰ ਇਹ ਭੁੱਲ ਜਾਂਦਾ ਖਿਆਲ ਕਿ ਚਮਕ ਦਮਕ ਟੈਂਪਰੇਰੀ ਆ। ਅਤੇ ਉਹਦਾ ਆਲਾ ਦੁਆਲਾ ਜਿਹੜਾ ਵਾ ਉਹਨੂੰ ਕਈ ਵਾਰੀ ਮਿਸਗਾਈਡ ਕਰ ਦਿੰਦਾ, ਜਾਂ ਉਹ ਖੁਦ ਮਿਸਗਾਈਡ ਹੋ ਜਾਂਦਾ, ਅਤੇ ਫਿਰ ਨਿਵਾਣ ਵੱਲ ਨੂੰ ਵਧਣਾ ਸ਼ੁਰੂ ਹੋ ਜਾਂਦਾ। ਠੀਕ ਹੈ ਜੀ। ਇਹ ਗੱਲਾਂ ਬੇਸ਼ੱਕ ਠੀਕ ਹੈਗੀਆਂ, ਪਰ ਮੈਂ ਸਮਝਦਾ ਕਿ ਜਿਹੜਾ ਸੋ ਕਾਲਡ ਸੱਭਿਆਚਾਰ ਦੀ ਗੱਲ ਅਸੀਂ ਕਰਦੇ, ਜਦੋਂ ਆਪਾਂ ਦੇਖਦੇ ਨੇ ਜੀ ਹੁਣ ਪੰਜਾਬ ਦੇ ਵਿੱਚ, ਹੁਣ ਤਾਂ ਚਲੋ ਕਿਸਾਨੀ ਅੰਦੋਲਨ ਕਰਕੇ ਸਾਰੇ ਕਲਾਕਾਰਾਂ ਦਾ ਜਿਹੜਾ ਉਹ ਲਿਖਣ ਦਾ, ਗਾਉਣ ਦਾ ਢੰਗ ਤਰੀਕਾ ਬਦਲ ਗਿਆ, ਸਬਜੈਕਟ ਹੀ ਚੇਂਜ ਹੋ ਗਿਆ। ਪਰ ਇਸ ਤੋਂ ਪਹਿਲਾਂ ਜਿਹੜੇ ਸੱਭਿਆਚਾਰਕ ਮੇਲਿਆਂ ਦੇ ਨਾਂ 'ਤੇ ਫੰਕਸ਼ਨ ਹੁੰਦੇ ਸੀਗੇ, ਸੱਭਿਆਚਾਰਕ ਪ੍ਰੋਗਰਾਮ ਜਿਹੜੇ ਹੁੰਦੇ ਸੀ, ਉੱਥੇ ਕਿੰਨਾ ਗੰਦ ਹੁੰਦਾ ਸੀ ਜੀ। ਅਖੌਤੀ ਸੱਭਿਆਚਾਰ ਦਾ ਦਿਖਾਵਾ ਤੇ ਸ਼ਰਾਬ ਦਾ ਜਿਹੜਾ ਸੀ ਉਹ ਮਹਿਣ ਹੁੰਦਾ ਸੀਗਾ। ਸ਼ਰਾਬ, ਜੀਪਾਂ, ਹਥਿਆਰਾਂ ਤੇ ਹੋਰ ਜਿਹੜੀਆਂ ਕੁੜੀਆਂ ਨੇ, ਨੌਜਵਾਨ ਕੁੜੀਆਂ, ਉਹਨਾਂ ਦਾ ਇੱਕ ਵਿਖਾਵਾ ਕੀਤਾ ਜਾਂਦਾ। ਠੀਕ ਹੈ ਜੀ। ਉਹ ਜਿਹੜਾ ਉਹ ਕਲਚਰ ਜਿਹੜਾ ਵਿਖਾਇਆ ਜਾ ਰਿਹਾ, ਜਾਂ ਜਿਹੜੇ ਉਸ ਕਲਚਰ ਦੇ ਵਿੱਚ ਵੜ ਗਏ ਜਾਂ ਉਹਦੀ ਗ੍ਰਿਫਤ ਵਿੱਚ ਆ ਗਏ, ਉਹਨਾਂ ਨਾਲ ਤਾਂ ਇਹੋ ਕੁਛ ਹੀ ਹੋਣਾ ਸੀ। ਠੀਕ ਹੈ। ਟੈਂਪਰੇਰੀ ਹੁੰਦਾ ਹਾਂਜੀ, ਉਹਨਾਂ ਨਾਲ ਤਾਂ ਇਹ ਕੁਛ ਹੀ ਹੋਣਾ ਸੀ। ਔਰ ਉਹ ਕਲਚਰ, ਸੋ ਕਾਲਡ ਅਖੌਤੀ ਕਲਚਰ ਜਿਹੜਾ ਕ੍ਰੀਏਟ ਕਰਨ ਦੇ ਵਿੱਚ ਆਮ ਸਧਾਰਨ ਬੰਦੇ ਦੀ ਕੋਈ ਗਿਣਤੀ ਨਹੀਂ ਜਾਂ ਕੋਈ ਯੋਗਦਾਨ ਨਹੀਂ ਹੈ। ਉਹ ਕ੍ਰੀਏਟ ਕੀਤਾ ਗਿਆ ਸਾਜ਼ਿਸ਼ਾਂ ਨਾਲ, ਇੱਕ ਸਾਜ਼ਿਸ਼ ਖੜੀ ਕਰਕੇ ਕਿ ਅਸੀਂ ਇਹ ਸਾਰਾ ਕੁਝ ਇਹਦੇ ਵਹਿਣ 'ਚ ਵਹਾ ਦੇਣਾ। ਹੜ੍ਹ ਆ ਜਾਂਦਾ ਜੀ, ਉਹ ਕਹਿੰਦੇ ਨਾ ਜੀ, ਦਿੱਲੀ ਵਾਲੇ ਕਹਿੰਦੇ ਹੁੰਦੇ ਵੀ ਇੱਕ ਹਰ ਸਾਲ ਹੜ੍ਹ ਆਵੇ ਜਮਨਾ ਸਾਫ਼ ਹੋ ਜਾਂਦੀ। ਯਾਨੀ ਉਹ ਇੱਕ ਹੜ੍ਹ ਲਿਆਉਣਾ ਚਾਹੁੰਦੇ ਵੀ ਸਾਰਾ ਕੁਝ ਤਬਾਹ ਹੁੰਦਾ ਤੇ ਹੋ ਜਾਏ। ਬੇਸ਼ੱਕ ਹੜ੍ਹ ਤਾਂ ਆਵੇ ਸਹੀ, ਇਹ 'ਚ ਵੀ ਕਮਾਈ ਕੱਢਾਂਗੇ। ਇਹਦੇ 'ਚ ਕਮਾਈਆਂ ਕੀਤੀਆਂ ਲੋਕਾਂ ਨੇ। ਪਰ ਮੈਂ ਉਹਨਾਂ ਦੀ ਗੱਲ ਕਰਦਾ, ਮੈਂ ਸ਼ੌਕਤ ਅਲੀ ਵਰਗੇ ਹੋਰ ਬਹੁਤ ਸਾਰੇ ਗਾਇਕ, ਚਾਹੇ ਉਹ ਪਾਕਿਸਤਾਨ ਦੀ ਧਰਤੀ 'ਚ ਪੈਦਾ ਹੋਏ ਤੇ ਭਾਵੇਂ ਉਹ ਹਿੰਦੁਸਤਾਨ ਦੀ ਧਰਤੀ 'ਤੇ ਪੈਦਾ ਹੋਏ, ਭਾਵੇਂ ਉੱਧਰਲੇ ਪੰਜਾਬ 'ਚ ਹੋਏ ਤੇ ਭਾਵੇਂ ਇੱਧਰਲੇ ਪੰਜਾਬ 'ਚ ਹੋਏ। ਹੁਣ ਸ਼ੌਕਤ ਅਲੀ ਦੀ ਡੈਥ ਦੇ ਉੱਤੇ ਪੰਜਾਬੀ ਸਿੰਗਰਾਂ ਨੇ ਉਹਨਾਂ ਨੂੰ ਪੰਜਾਬ ਦੇ ਪੁੱਤਰ ਦਾ ਖਿਤਾਬ ਦਿੱਤਾ। ਹਾਲਾਂਕਿ ਉਹ ਪਾਕਿਸਤਾਨ ਪੰਜਾਬ ਦੀ ਗੱਲ ਹੈ, ਪਾਕਿਸਤਾਨ ਦੇ ਪੰਜਾਬ ਵਿੱਚ ਜਨਮੇ, ਉੱਥੇ ਪਾਕਿਸਤਾਨੀ ਪੰਜਾਬ ਦੇ ਵਿੱਚ ਉਹ ਜਵਾਨ ਹੋਏ, ਉੱਥੇ ਹੀ ਉਹਨਾਂ ਦੇ ਚੰਗੇ ਮਾੜੇ ਦਿਨ ਆਏ, ਉੱਥੇ ਹੀ ਉਹਨਾਂ ਦੀ ਡੈਥ ਹੋਈ। ਉੱਥੇ ਉਹਨਾਂ ਨੇ ਉੱਥੇ ਉਸ ਧਰਤੀ 'ਤੇ ਰਹਿ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ। ਹੁਣ ਮੈਨੂੰ ਨਹੀਂ ਵੈਸੇ ਲੱਗਦਾ ਕਿ ਉਹ ਸੱਭਿਆਚਾਰ ਕਿੱਦਾਂ ਦਾ ਹੋਊਗਾ। ਮੈਂ ਤਾਂ ਪਾਕਿਸਤਾਨ ਗਿਆ ਨਹੀਂ ਅਤੇ ਨਾ ਬਹੁਤਾ ਮੈਨੂੰ ਉਹਨਾਂ ਦੇ ਕਲਚਰ ਨਾਲ ਵਾਹ ਵਾਸਤਾ ਰਿਹਾ ਹੈਗਾ। ਪਰ ਜਿੰਨੇ ਵੀ ਸਿੰਗਰ ਸੁਣੀਦੇ ਆ, ਜਿੰਨੇ ਵੀ ਕਲਾਕਾਰ ਸੁਣੀਦੇ, ਉੱਚ ਪਾਏ ਦੇ ਹੀ ਸੁਣੀਦੇ। ਸਾਡੇ ਕਲਾਕਾਰਾਂ ਨੂੰ ਕੀ ਮੌਤ ਵਗੀ ਜੀ? ਇਹ ਕਿਹੜੇ ਪੁੱਠੇ ਬਹਿਣ 'ਚ ਛੇਤੀ ਉੱਧਰ ਨੂੰ ਹੋ ਜਾਂਦੇ ਆ, ਡਾਈਵਰਟ ਹੋ ਜਾਂਦੇ ਆ। ਹਾਂ MP ਸਿੰਘ ਜੀ, ਤੁਸੀਂ ਕਿਹਾ ਮੈਂ ਪਾਕਿਸਤਾਨ ਨਹੀਂ ਗਿਆ, ਲੇਕਿਨ ਮੈਂ ਤਕਰੀਬਨ 15 ਸਾਲ ਉਹਨਾਂ ਲੋਕਾਂ ਨਾਲ ਡੀਲ ਕੀਤਾ ਜਿਹੜੇ ਪਾਕਿਸਤਾਨ ਤੋਂ ਆਉਂਦੇ ਜਾਂਦੇ ਰਹੇ ਸੀ। ਕਲਾਕਾਰ ਵੀ ਸੀ, ਮਦੀਹਾ ਕੌਹਰ ਸੀ, ਫਿਰ ਸਮੀਨਾ ਪੀਰਜ਼ਾਦਾ, ਫਿਰ ਇੱਕ ਉਸਮਾਨ ਪੀਰਜ਼ਾਦਾ, ਇੱਕ ਸੁਲਤਾਨ ਸਿਕੰਦਰ ਘੁੰਮਣ ਆਉਂਦੇ ਹੁੰਦੇ ਸੀ ਉੱਥੋਂ ਬੜੇ, ਇੱਕ ਚੌਧਰੀ ਪਤਾ ਨਹੀਂ ਕਿ ਰਹਿਮਤ ਅਲੀ ਸੀ, ਸ਼ੇਖੂਪੁਰਾ ਦੇ ਲਾਗੇ ਉਹਨਾਂ ਦੀ ਫੈਕਟਰੀ ਸੀ। ਮੈਂ ਤਾਂ ਪਿਛਲੇ 2 ਸਾਲ ਪਹਿਲਾਂ ਬਾਬਾ ਨਜ਼ਮੀ ਇੱਥੇ ਆਏ ਤੇ ਮੈਂ ਉਦੋਂ ਹੀ ਵੇਖਿਆ ਉਹਨਾਂ ਨੂੰ ਸੁਣਨ ਜਾਣ ਦਾ ਮੌਕਾ ਮਿਲਿਆ। ਉਹਨਾਂ ਦਾ ਪੰਜਾਬੀ ਬੋਲਣ ਦਾ ਲਹਿਜ਼ਾ, ਤਰੀਕਾ, ਉਹਨਾਂ ਦਾ ਵੈਲਕਮ ਕਰਨ ਦਾ ਤਰੀਕਾ, ਪਿੰਡਾਂ 'ਚ ਰਹਿਣ ਸਹਿਣ, ਜਿਹੜਾ ਗੱਲਬਾਤ ਕਰਨ ਦਾ ਤਰੀਕਾ, ਆਪਸ 'ਚ ਨਿੱਕਿਆਂ ਨੂੰ ਵੱਡਿਆਂ ਨੂੰ ਬੁਲਾਉਣ ਦਾ ਤਰੀਕਾ, ਮਹਿਮਾਨ ਨਵਾਜ਼ੀ ਜਿਹੜੀ ਉਹਨਾਂ ਦੀ, ਇੱਕ ਦੂਜੇ ਨੂੰ ਜਿਹੜਾ ਆਦਰ ਮਾਣ ਦੇਣ ਦਾ, ਬਿਲਕੁਲ ਸਾਡੇ ਤੋਂ ਡਿਫਰੈਂਟ ਹੈਗਾ ਜੀ। ਬਿਲਕੁਲ ਇੰਟਾਇਰਲੀ ਡਿਫਰੈਂਟ, ਬਿਲਕੁਲ ਸਾਡੇ ਤੋਂ ਡਿਫਰੈਂਟ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਕਹਿੰਦੇ ਆ
ਕਿ ਮੈਂ ਨਨਕਾਣਾ ਸਾਹਿਬ ਗਿਆ ਅਤੇ ਸਾਡੇ ਕੋਲ ਟਾਈਮ ਸੀ ਅਤੇ ਅਸੀਂ ਨਿਕਲ ਗਏ ਤੁਰਦੇ ਕਿਤੇ ਦੂਰ ਨਿਕਲ ਗਏ ਅਤੇ ਬਾਹਰ ਵੇਖਿਆ ਇੱਕ ਸਕੂਲ ਸੀ ਅਤੇ ਸਕੂਲ ਦੇ ਬਾਹਰ ਉਰਦੂ 'ਚ ਕੁਛ ਲਿਖਿਆ। ਮੈਂ ਅੰਦਰ ਗਿਆ ਅਤੇ ਅੰਦਰ ਮਿਸਤਰੀ ਲੱਗੇ ਪਏ ਸੀ, ਠੀਕ ਹੈ ਜੀ। ਅਤੇ ਮਿਸਤਰੀ ਲੱਗੇ ਪਏ ਸੀ ਅਤੇ ਕਹਿੰਦੇ ਵੀ ਮੈਂ ਇੱਕ ਨੂੰ ਆਵਾਜ਼ ਮਾਰੀ ਕਿ ਮੈਂ ਜਿਹੜਾ ਇੱਥੋਂ ਦੇ ਹੈੱਡ ਮਾਸਟਰ ਆ ਜਾਂ ਕੋਈ ਮਾਸਟਰ ਆ ਉਹਨੂੰ ਮਿਲਣਾ ਹੈ। ਅਤੇ ਉਹ ਕਹਿੰਦੇ ਕਾਹਦੇ ਵਾਸਤੇ? ਹਾਲਤ ਸਕੂਲ ਲੱਗਾ ਪਿਆ, ਅੰਦਰ ਬੱਚੇ ਪੜ੍ਹਦੇ ਥੋੜ੍ਹੇ ਜਿਹੇ, ਅਤੇ ਤੁਸੀਂ ਕਿਹਨਾਂ ਨੂੰ ਮਿਲਣਾ? ਕਹਿੰਦੇ ਮੈਂ ਮਿਲਣਾ ਜਾਣਦਾ ਅਤੇ ਕਿਸੇ ਨੂੰ ਨਹੀਂ। ਕੋਈ ਹੋਵੇ ਕਿ ਹਾਂਜੀ। ਕਹਿੰਦੇ ਮੈਂ ਆਉਣ ਲੱਗਾ ਅਤੇ ਮੁੜ ਕੇ ਅਤੇ ਮੈਨੂੰ ਇੱਕ ਜੈਂਟਲਮੈਨ ਪਿੱਛੋਂ ਆਵਾਜ਼ ਮਾਰੀ, ਸਰਦਾਰ ਜੀ ਕਿੱਥੇ ਚੱਲੇ ਹੋ? ਸਾਡੇ ਦੁਆਰੇ 'ਚ ਆ ਕੇ ਤੁਸੀਂ ਮੁੜ ਚੱਲੇ ਹੋ, ਠੀਕ ਹੈ ਜੀ। ਅਤੇ ਉਹ ਮੁੜ ਕੇ ਕੀ ਹੋਇਆ ਕਿ ਕਹਿੰਦੇ ਵੀ ਮੈਂ ਵੇਖਿਆ ਅਤੇ ਉਹ ਮਾਸਟਰ ਜੀ ਸੀ। ਕਹਿੰਦੇ ਸਾਡੇ ਲਾਗੇ ਆ ਕੇ ਤੁਸੀਂ ਮੁੜ ਚੱਲੇ ਹੋ, ਕੀ ਗੱਲ ਹੋਈ? ਸਾਡੇ ਕੋਲ ਗੁਨਾਹ ਕੀ ਹੋ ਗਿਆ? ਕਹਿੰਦੇ ਜੀ ਮੈਂ ਤਾਂ ਦੇਖਿਆ ਸਕੂਲ ਲੱਗਾ ਪਿਆ, ਠੀਕ ਹੈ ਜੀ, ਸਕੂਲ ਲੱਗਾ ਪਿਆ। ਅਤੇ ਉਹ ਮੁੜ ਕੇ ਕਹਿੰਦੇ ਉੱਥੇ ਕਹਿੰਦੇ ਵੀ ਨਹੀਂ ਸਕੂਲ ਲੱਗਾ ਨਹੀਂ, ਛੁੱਟੀ ਕਰ ਦਿੰਦੇ ਹੁਣੇ, ਤਾਂ ਤੁਸੀਂ ਇੱਥੇ ਆਓ ਗੱਲਾਂ ਬਾਤਾਂ ਕਰੋ ਤੁਸੀਂ। ਫਿਰ ਕਹਿੰਦੇ ਉੱਥੇ ਗਏ, ਬੈਠੇ, ਸਾਨੂੰ ਬਿਠਾਇਆ ਉਹਨਾਂ ਨੇ, ਬੜੀ ਸੇਵਾ ਕੀਤੀ। ਅਤੇ ਜਿੰਨੀ ਲੇਬਰ ਸੀ ਨਾ ਉੱਥੇ, ਸਾਰੀ ਆ ਗਈ ਉੱਥੇ, ਬਹਿ ਗਈ ਸਾਡੇ ਲਾਗੇ। ਕਹਿੰਦੇ ਵੀ ਉਹ ਗੱਲਾਂ ਬਾਤਾਂ ਮਾਰਨ ਲੱਗ ਪਏ, ਬਾਬੇ ਨਾਨਕ ਦੀਆਂ ਗੱਲਾਂ ਚੱਲੀਆਂ ਉੱਥੇ, ਰਾਏ ਬੁਲਾਰ ਦੀਆਂ ਗੱਲਾਂ ਚੱਲੀਆਂ। ਅਤੇ ਕਹਿੰਦੇ ਵੀ ਮੈਂ ਗੱਲਬਾਤ ਪੁੱਛ ਲਈ ਕਿ ਬਾਬੇ ਨਾਨਕ ਦੇ ਨਾਮ 'ਤੇ ਕਿੰਨੀ ਜ਼ਮੀਨ ਹੈ, ਠੀਕ ਹੈ ਜੀ, ਪਰ ਉਹਦਾ ਕੌਣ ਟੇਕ ਕੇਅਰ ਕਰਦਾ ਹੈਗਾ? ਅਤੇ ਉਹ ਕਹਿੰਦੇ ਵੀ ਤੁਹਾਨੂੰ ਇਸ ਚੀਜ਼ ਦਾ ਫਿਕਰ ਕਰਨ ਦੀ ਲੋੜ ਨਹੀਂ ਹੈ, ਬਾਬੇ ਨਾਨਕ ਦੀ ਜ਼ਮੀਨ ਅਸੀਂ ਕੇਅਰ ਕਰਦੇ ਹਾਂ ਉਹਦੀ, ਠੀਕ ਹੈ ਜੀ। ਅਤੇ ਕਹਿੰਦੇ ਉੱਥੇ ਮਤਲਬ 15, 20, 25 ਮਿੰਟ ਅਸੀਂ ਬੈਠੇ ਅਤੇ ਸਾਨੂੰ ਕਹਿੰਦਾ ਆਨੰਦ ਆ ਗਿਆ। ਇੰਨੀ ਵਧੀਆ ਲੈਂਗੁਏਜ, ਇੰਨਾ ਵਧੀਆ ਲਹਿਜ਼ਾ ਉਹਨਾਂ ਦਾ, ਇੰਨਾ ਵਧੀਆ ਉਹਨਾਂ ਦਾ ਐਕਸਪ੍ਰੈਸ਼ਨਸ। ਸੋ ਮੇਰਾ ਤੁਹਾਨੂੰ ਇਹ ਗੱਲ ਦੱਸਣ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਪਾਕਿਸਤਾਨ ਜਾਂਦੇ ਨੇ, ਨਨਕਾਣਾ ਸਾਹਿਬ ਜਾਂਦੇ ਨੇ, ਪੰਜਾ ਸਾਹਿਬ ਜਾਂਦੇ ਨੇ, ਜਾਂ ਹਸਨ ਅਬਦਾਲ ਜਾਂਦੇ ਹੈਗੇ ਨੇ, ਜਾਂ ਹੁਣ ਕਰਤਾਰਪੁਰ ਜਾਂਦੇ ਆ, ਹਾਂਜੀ, ਉਹ ਕਹਿੰਦੇ ਆ ਕਿ ਉਹਨਾਂ ਲੋਕਾਂ ਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦਾ। ਕਰਤਾਰਪੁਰ 'ਚ ਕਹਿੰਦੇ ਵੀ ਬਾਬੇ ਨਾਨਕ ਦੀ ਰੂਹ ਵਸਦੀ ਹੈ, ਉੱਥੇ ਕਣ ਕਣ 'ਚੋਂ ਬਾਬੇ ਨਾਨਕ ਦੀ ਖੁਸ਼ਬੂ ਆਉਂਦੀ ਹੈ, ਠੀਕ ਹੈ ਜੀ। ਉੱਥੋਂ ਦੀ ਮਿੱਟੀ, ਪਾਣੀ, ਹਵਾ ਜਿਹੜੀ ਆ ਉਹਦੇ 'ਚ ਬਾਬਾ ਨਾਨਕ ਵਸਿਆ ਪਿਆ, ਠੀਕ ਹੈ ਜੀ। ਕਹਿੰਦੇ ਤੁਹਾਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਦੱਸਣ ਦੀ ਕਿ ਪਾਕਿਸਤਾਨ 'ਚ ਕਲਚਰ ਕਿੱਦਾਂ ਦਾ ਹੈਗਾ। ਕਹਿੰਦੇ ਤੁਹਾਨੂੰ ਕਲਚਰ ਜਿਹੜਾ ਉਹ ਆਪ ਬਾਹਾਂ ਫੈਲਾ ਕੇ ਮਿਲਦਾ। ਮੈਂ ਕਲਚਰ ਦੀ ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਦਰਸ਼ਨ ਕਰਾਉਣੇ ਚਾਹੁੰਦਾ ਜੀ। ਹਾਂਜੀ ਹਾਂਜੀ, ਸ਼ੇਅਰ ਕਰਨੇ ਚਾਹੁੰਦਾ। ਇੱਕ ਇਹ ਸੂਫੀ ਸਿੰਗਰ ਜਿਹੜੇ ਹੋਏ ਆ ਜਨਾਬ ਸ਼ੌਕਤ ਅਲੀ ਸਾਹਿਬ, ਇਹਨਾਂ ਨੇ ਇੱਕ ਗੀਤ ਇਹਨਾਂ ਦਾ ਬੜਾ ਪ੍ਰਸਿੱਧ, ਤੁਸੀਂ ਸੁਣਨ ਦਾ ਮੌਕਾ ਮਿਲਿਆ ਹੋਊਗਾ, ਲਾਲ ਮੇਰੀ ਪਤ ਰੱਖੀਓ, ਹਾਂਜੀ, ਹੈ ਨਾ, ਇੱਦਾਂ ਕਰਕੇ। ਇੱਕ ਇਹਨਾਂ ਨੇ ਕੌਮੀ ਤਰਾਨਾ ਉੱਥੇ ਜਿਹੜਾ ਨੈਸ਼ਨਲ ਐਂਥਮ ਜਿਹਨੂੰ ਅਸੀਂ ਕਹਿੰਦੇ, ਜਾਂ ਕੌਮੀ ਗੀਤ ਕੋਈ, ਜਿਹੜਾ ਉੱਥੇ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਫੰਕਸ਼ਨ ਦੇ ਉੱਤੇ ਵਜਾਇਆ ਜਾਂਦਾ, ਅੱਜ ਵੀ ਵਜਾਇਆ ਜਾਂਦਾ। ਅੱਜ ਜੇ ਚਲੋ 2 ਅਪ੍ਰੈਲ ਨੂੰ ਡੈਥ ਹੋਈ ਅਤੇ ਅਸੀਂ 6 ਅਪ੍ਰੈਲ ਨੂੰ ਪ੍ਰੋਗਰਾਮ ਕਰ ਰਹੇ ਹਾਂ। ਇਹ ਉਦੋਂ ਪਹਿਲਾਂ ਜਦੋਂ ਵੀ ਕਿਤੇ ਸਮਾਗਮ ਹੁੰਦੇ ਸੀ ਉੱਥੇ ਬੜੀ ਸਤਿਕਾਰ ਨਾਲ ਵਜਾਇਆ ਜਾਂਦਾ ਸੀਗਾ ਜੀ। ਉਹ ਹੈਗਾ ਸੀਗਾ ਸਾਥੀਓ ਮਜ਼ਾਹਦੋ। ਮਜ਼ਾਹਦ ਜਿਹੜੀ ਇੱਕ ਖਾਸ ਕਿਸਮ ਦੇ ਲੋਕ ਜਿਹੜੇ ਅਸਲ ਵਿੱਚ ਦੇਸ਼ ਦੀ ਵੰਡ ਵੇਲੇ ਹਿੰਦੁਸਤਾਨ ਵਾਲੇ ਪਾਸਿਓਂ ਉੱਠ ਕੇ ਜਾਣਾ ਪਿਆ ਜਿਨ੍ਹਾਂ ਨੂੰ, ਹਾਂਜੀ, ਉਹਨਾਂ ਨੂੰ ਮਜ਼ਾਹਦ ਕਹਿੰਦੇ ਆ ਜੀ, ਭਾਵੇਂ ਉਹ ਮੁਸਲਿਮ ਹੀ ਹੈ। ਉਹ ਯਾਨੀ ਉਹ ਕੀ ਹੈ, ਉਹਨਾਂ ਦਾ ਦੁਖਾਂਤ ਵੀ ਉਹਨਾਂ ਨੂੰ ਉੱਥੋਂ ਦੀ ਮੁਸਲਿਮ ਕਮਿਊਨਿਟੀ ਨੇ ਅਡੋਪਟ ਹੀ ਨਹੀਂ ਕੀਤਾ, ਉਹ ਮਜ਼ਾਹਦ ਹੀ ਰਹਿ ਗਏ, ਠੀਕ ਹੈ ਜੀ। ਇਹ ਉਹਨਾਂ ਦੇ ਬਾਰੇ ਉਹਨਾਂ ਨੇ ਗੀਤ ਗਾਇਆ ਅਤੇ ਉਹਨੂੰ ਕੌਮੀ ਤਰਾਨੇ ਦਾ ਨਾਂ ਦਿੱਤਾ ਗਿਆ, ਠੀਕ ਹੈ। ਉਸ ਤੋਂ ਬਾਅਦ ਮੈਂ ਪੁੱਤਰ ਪਾਕਿਸਤਾਨ ਦਾ, ਠੀਕ ਹੈ, ਹਿੰਦੁਸਤਾਨ ਵਾਲੇ ਗਾਇਕ ਗਾਉਂਦੇ ਆ ਵੀ ਮੈਂ ਪੁੱਤਰ ਹਿੰਦੁਸਤਾਨ ਦਾ, ਉਹ ਕਹਿੰਦੇ ਜੀ ਮੈਂ ਪੁੱਤਰ ਪਾਕਿਸਤਾਨ ਦਾ ਕਿਉਂ ਨਾ ਗਾਇਆ ਜਾਵੇ, ਜੇ ਉਹ ਵਾਕਿਆ ਉਸ ਧਰਤੀ ਦਾ ਪੁੱਤਰ ਹੈ ਤਾਂ ਉਹ ਕਹੇਗਾ ਹੀ। ਬਹੁਤ ਪਾਪੂਲਰ ਹੋਇਆ ਗੀਤ, ਠੀਕ ਹੈ ਜੀ। ਇੱਕ ਤੇਰੀ ਮੇਰੀ ਹੈ ਅਜ਼ਲਾਂ ਦੀ ਯਾਰੀ, ਇੱਦਾਂ ਦੀ ਗੱਲ ਹੈ ਜੀ। ਸਾਡੇ ਯਾਰ ਨੇ ਬਣ ਲਏ ਸਹਾਰੇ, ਬਣ ਗਏ ਸਹਾਰੇ, ਇੱਦਾਂ। ਅਨਾਇਤ ਅਲੀ ਖਾਨ ਦੇ ਵੱਡੇ ਭਰਾ ਹੁੰਦੇ ਸੀ ਜੀ ਉਹਨਾਂ ਦੀ। ਇੱਕ ਐਲਬਮ ਦੇ ਨੇ ਜਿਹੜੀ ਛੱਲਾ, ਮੈਂ ਤੁਹਾਨੂੰ ਦੱਸਿਆ ਪਹਿਲਾਂ, ਹੀਰ ਵਾਰਸ, ਮੇਰੀ ਪਸੰਦ, ਹੱਸ ਬੋਲ ਵੇ, ਕਦੇ ਇਤਿਹਾਸ ਬੋਲ, ਹਾਂਜੀ। ਇਸ ਤਰੀਕੇ ਦੇ ਜਿਹੜੇ ਗੀਤ ਇਹਨਾਂ ਨੇ ਗਾਏ ਜੀ। ਇੱਕ ਫਿਲਮ 'ਚ ਇਹਨਾਂ ਨੇ ਕੰਮ ਕੀਤਾ, ਤੀਸਮਾਰ ਖਾਨ। ਇਹ ਜਿਹੜੇ ਉਹਨਾਂ ਨੇ ਬਿਨਾਂ ਸ਼ੱਕ
ਹਿੰਦੁਸਤਾਨ ਵਾਲੇ ਪਾਸੇ ਦੇ ਜਿਹੜੇ ਲੋਕ ਆਰਟਿਸਟ ਹੈ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ, ਤਾਂ ਹੀ ਅਸੀਂ ਜ਼ਿਕਰ ਕਰਦੇ ਹਾਂ। ਹੁਣ ਤੁਸੀਂ ਕਿੰਨਿਆਂ ਆਰਟਿਸਟਾਂ ਦਾ ਨਾਂ ਲੈ ਕੇ ਹਟੇ ਆ, ਰਾਜੇਸ਼ ਖੰਨਾ ਤੋਂ ਗੱਲ ਸ਼ੁਰੂ ਕੀਤੀ, ਦੇਵਾਨੰਦ ਤੱਕ, ਦਲੀਪ ਕੁਮਾਰ ਤੱਕ ਲੈ ਕੇ ਆਏ ਹੋ। ਇੱਦਾਂ ਹੀ ਪਾਕਿਸਤਾਨ ਦੇ ਲੋਕ ਜਿਹੜੇ ਆ, ਉੱਥੋਂ ਦੇ ਪੰਜਾਬੀ ਵੀ ਜਿਹੜੇ ਹੈਗੇ ਆ, ਉਹ ਇਹਨਾਂ 'ਤੇ ਮਾਣ ਕਰਦੇ, ਰਸ਼ਕ ਕਰਦੇ, ਕਰਨਾ ਚਾਹੀਦਾ। ਠੀਕ ਹੈ, ਬਿਨਾਂ ਸ਼ੱਕ ਅਸੀਂ ਭੁੱਲਦੇ ਜਾਂਦੇ ਹਾਂ ਆਪਦੇ ਉਹਨਾਂ ਜਿਹੜੇ ਸ਼ਾਇਰਾਂ ਨੂੰ, ਉਹਨਾਂ ਕਵੀਆਂ ਨੂੰ, ਉਹਨਾਂ ਗੀਤਕਾਰਾਂ ਨੂੰ, ਉਹਨਾਂ ਸੰਗੀਤਕਾਰਾਂ ਨੂੰ, ਉਹਨਾਂ ਇਹੋ ਜਿਹੇ ਸੂਫੀਆਂ ਕਵੀਆਂ ਨੂੰ, ਸੂਫੀ ਗਾਇਕਾਂ ਨੂੰ ਭੁੱਲਦੇ ਜਾਂਦੇ ਹਾਂ। ਪਰ ਇਹ ਸਾਡਾ ਦੁਖਾਂਤ ਹੈ ਸਾਡੇ ਵਾਸਤੇ। ਮੈਂ ਸਮਝਦਾ ਕਿਰਤ ਘਣਤਾ ਉਹਨਾਂ ਲੋਕਾਂ ਲਈ। ਇਹਨਾਂ ਵਿੱਚੋਂ ਬਹੁਤਿਆਂ ਦੀ ਉਹ ਗਿਣਤੀ ਆ ਜਿਨ੍ਹਾਂ ਦੇ ਘਰ ਭੰਗੀ ਭੁੱਜਦੀ ਸੀ, ਦਾਣੇ ਨਹੀਂ ਸੀ ਭੁੱਜਦੇ, ਜਿਨ੍ਹਾਂ ਦੇ ਘਰ ਖਾਣ ਨੂੰ ਰੋਟੀ ਨਹੀਂ ਸੀ ਹੁੰਦੀ, ਭਾਵੇਂ ਸ਼ਰਾਬ ਦੇ ਦਰਿਆ ਵਗਦੇ ਸੀ। ਠੀਕ ਹੈ ਜੀ, ਉਹ ਜਿਹੜੇ ਉਹਨਾਂ ਦੇ ਉਪਾਸ਼ਕ ਆ, ਉਹ ਉਹਨਾਂ ਦੇ ਘਰ ਰੋਟੀ ਪੱਕਦੀ ਵੇਖਦੇ ਖੁਸ਼ ਨਹੀਂ ਸੀ ਹੁੰਦੇ, ਉਹ ਇਹ ਵੇਖ ਖੁਸ਼ ਹੁੰਦੇ ਸੀ ਵੀ ਅੱਜ ਮੈਂ ਉਸਤਾਦ ਦੀ ਸੇਵਾ ਕੀਤੀ। ਕਾਹਦੀ ਸੇਵਾ ਕੀਤੀ? ਉਹਨੂੰ ਸ਼ਰਾਬ ਦੀ ਬੋਤਲ ਪਿਲਾਤੀ। ਠੀਕ ਹੈ, ਇਸ ਤਰੀਕੇ ਦਾ ਜਿਹੜਾ ਇਹ ਪਰੰਪਰਾ ਚੱਲਦੀ ਸੀ, ਇਹਨੇ ਬਹੁਤ ਵੱਡਾ ਘਾਟਾ ਪਾ ਦਿੱਤਾ। ਹੋਰ ਪੈਣਾ, ਬਚਣ ਦੀ ਲੋੜ ਹੈ। ਮੈਂ ਤਾਂ ਹੀ ਕਹਿੰਦਾ ਸਮਾਜ ਦੀ ਅਤੇ ਸਰਕਾਰ ਦੀ ਦੋਨਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੇ ਅਨਮੋਲ ਹੀਰੇ ਆ, ਮੈਂ ਸਾਰੇ ਉਹਨਾਂ ਨੂੰ ਹੀਰੇ ਹੀ ਕਹਿੰਦਾ। ਤੁਸੀਂ ਇੱਕ ਪੰਜਾਬੀ ਜਿਹੜਾ ਫਿਲਮ ਹੀਰੋ ਦੀ ਗੱਲ ਕੀਤੀ ਸੀਗੀ, ਮੈਨੂੰ ਨਾਂ ਸਤੀਸ਼ ਕੌਲ ਦੀ ਗੱਲ ਕੀਤੀ, ਉਹ ਹੀਰੇ ਨਹੀਂ ਹੈ? ਹੀਰੇ ਹੈ ਜੀ। ਦੇਖੋ ਉਹਨਾਂ ਹੀਰੇ ਦੀ ਪਰਖ ਅੱਜ ਕਰਨੀ ਚਾਹੀਦੀ ਆ ਕਿ ਇਹ ਹੀਰਾ ਹੀ ਸੀ ਜਿਹਨੇ ਜ਼ਿੰਦਗੀ ਭਰ ਪੰਜਾਬੀ ਫਿਲਮਾਂ 'ਚ ਪੰਜਾਬੀ ਨਾ ਆਉਣ ਦੇ ਬਾਵਜੂਦ ਵੀ, ਹਾਂਜੀ ਉਹ ਕਸ਼ਮੀਰੀ ਸੀ ਨਾ ਜੀ, ਪੰਜਾਬੀ ਨਾ ਆਉਣ ਦੇ ਬਾਵਜੂਦ ਵੀ ਪੰਜਾਬੀ ਸਿੱਖੀ, ਫਿਰ ਉਹ 'ਚ ਕੰਮ ਕੀਤਾ, ਬਹੁਤ ਕਮਾਲ ਦਾ ਕੰਮ ਕੀਤਾ। ਠੀਕ ਹੈ, ਉਸ ਜ਼ਮਾਨੇ 'ਚ ਫਿਲਮਾਂ ਇੱਦਾਂ ਦੀਆਂ ਬਣਦੀਆਂ ਸੀਗਾ। ਠੀਕ ਹੈ ਜੀ, ਤੇ ਜਦੋਂ ਉਹਨਾਂ ਨੇ ਜਿਹੜਾ ਕੰਮ ਕੀਤਾ ਉਹਨਾਂ ਲਈ ਸਜਦਾ ਕਰਨਾ ਚਾਹੀਦਾ, ਬਿਲਕੁਲ। ਦੇਖੋ ਜਿਹੜੀ ਗੱਲ ਜਿਸ ਤਰ੍ਹਾਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ, ਜਿਹੜੇ ਟੌਪਿਕ 'ਤੇ ਅਸੀਂ ਡਿਸਕਸ਼ਨ ਕਰਦੇ ਹਾਂ, ਜਾਂ ਜਿਹੜਾ ਸਾਡਾ ਬੋਲਣ ਦਾ ਲਹਿਜਾ ਹੈ, ਹੋ ਸਕਦਾ ਅੱਜ ਤੋਂ 20 ਸਾਲ ਬਾਅਦ ਸਾਨੂੰ ਲੋਕ ਕਹਿਣ ਇਹ ਕਿੱਦਾਂ ਦੀ ਗੱਲਾਂ ਕੀ ਬੋਲੀ ਜਾਂਦੇ ਨੇ, ਇਹ ਇਸ ਤਰ੍ਹਾਂ ਇੰਟਰਵਿਊ ਕਰਦੇ ਸੀ। ਲੇਕਿਨ ਕੰਟੈਂਪਰੇਰੀ ਸਮਕਾਲੀਨ ਪੁਆਇੰਟ ਆਫ ਵਿਊ ਤੋਂ ਅਸੀਂ ਦਾ ਬੈਸਟ ਕਰਨ ਦੀ ਟਰਾਈ ਕਰ ਰਹੇ ਹੈਗੇ ਹੁਣ। ਠੀਕ ਹੈ ਜੀ, ਇਹਨੂੰ ਇਸੇ ਕੰਟੈਕਸਟ ਤੁਸੀਂ ਲਓ ਕਿ ਜਿਹੜਾ ਵੀ ਇੱਕ ਕਲਾਕਾਰ ਟੌਪ 'ਤੇ ਹੁੰਦਾ, ਉਹਨੇ ਉਸ ਟਾਈਮ 'ਤੇ ਬੈਸਟ ਕੰਮ ਕੀਤਾ ਹੁੰਦਾ। ਠੀਕ ਹੈ ਜੀ, ਠੀਕ ਹੈ ਜੀ। ਹੁਣ ਤੁਸੀਂ ਉੱਥੇ ਬਾਲੀਵੁੱਡ ਦਾ ਕੋਈ ਇੱਕ ਗਾਣਾ ਲਾਓ, ਤੁਸੀਂ ਹਾਵੜਾ ਬ੍ਰਿਜ ਮੂਵੀ ਬਣੀ ਸੀ 1958 'ਚ। ਠੀਕ ਹੈ ਜੀ, ਉਹ 'ਚ KN ਸਿੰਘ ਸੀ, ਅਸ਼ੋਕ ਕੁਮਾਰ ਸੀ, ਅਤੇ ਨਾਲ ਮਧੂਬਾਲਾ ਸੀ। ਠੀਕ ਹੈ ਜੀ, ਉਹਦਾ ਇੱਕ ਗਾਣਾ ਆਈਏ ਮਿਹਰਬਾਨ, ਅੱਜ ਤੁਸੀਂ YouTube 'ਤੇ ਦੇਖੋ, ਹਾਂਜੀ ਉਹ ਦੇਖੋ ਤੁਸੀਂ, ਬਹੁਤ ਮਿੱਠਾ ਗਾਣਾ, ਔਰ ਉਹ ਬਾਰ ਦੇ ਵਿੱਚ ਬੈਠੇ ਆ ਅਤੇ ਚੱਲਦਾ ਹੈ। ਉਹ ਅੱਜ ਵੀ ਤੁਹਾਨੂੰ ਮੰਤਰ ਮੁਕਤ ਕਰ ਦਿੰਦਾ ਉਹ। ਠੀਕ ਹੈ ਜੀ, ਔਰ ਮੈਂ ਸੋਚਦਾ ਕਿ ਜਿਹੜਾ ਉਸ ਟਾਈਮ 'ਤੇ ਉਹ ਗਾਣੇ 'ਤੇ ਲੋਕੀ ਪਤਾ ਨਹੀਂ ਕਿੰਨੇ ਕੁ ਪਾਗਲ ਹੋਏ ਹੋਣਗੇ। ਬਿਲਕੁਲ, ਕਿੰਨੀ ਵਾਰੀ ਪਿਕਚਰ ਦੇਖਣ ਗਏ ਹੋਣ। ਇੱਕ ਨੂਤਨ ਤੇ ਦੇਵਨੰਦ ਦੀ ਮੂਵੀ ਬਣੀ ਸੀ ਤੇਰੇ ਘਰ ਕੇ ਸਾਹਮਣੇ, ਹਾਂਜੀ, ਇੱਕ ਉਹਦਾ ਗਾਣਾ ਹੈ ਜੀ, ਕੁਤਬ ਮੀਨਾਰ ਦੇ ਵਿੱਚ ਸ਼ੂਟ ਹੋਇਆ ਵਾ, ਕੁਤਬ ਮੀਨਾਰ ਤੋਂ ਉੱਤਰਦੇ ਹੈ ਨਾ। ਠੀਕ ਹੈ ਜੀ, ਇੱਕ ਤੇਰੇ ਘਰ ਕੇ ਸਾਹਮਣੇ ਇੱਕ ਗਾਣਾ ਹੈਗਾ, ਉਹ ਹੈ। ਇੱਕ ਵਹੀਦਾ ਰਹਿਮਾਨ ਤੇ ਦੇਵਨੰਦ ਦੀ ਮੂਵੀ ਬਣੀ ਸੀ ਕਾਈਟ, ਬੈਸਟ ਮੂਵੀ ਹੈ ਨਾ ਜੀ। ਮੈਂ ਉਸ ਵਰਗੀ ਮੂਵੀ, ਕਲਾਸੀਕਲ ਮੂਵੀ ਜਿਹੜੀ ਹੈ, ਔਰ ਉਹ ਸਟੋਰੀ ਲਾਈਨ ਮੈਂ ਹਾਲੇ ਤੱਕ ਨਹੀਂ ਦੇਖੀ। ਮੈਂ ਸ਼ਾਇਦ 15-20 ਵਾਰੀ ਉਹ ਖੁਦ ਮੂਵੀ ਹਾਲੇ ਵੀ ਦੇਖ ਲਈ ਹੈ ਨਾ ਜੀ। ਅਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਲੀਜੈਂਡਸ ਨੇ ਤਿਆਰ ਕੀਤੀਆਂ, ਔਰ ਉਹ ਫਾਰ ਐਵਰ ਨੇ। ਠੀਕ ਹੈ ਜੀ, ਜਿੰਨਾ ਚੀਜ਼ਾਂ ਦਾ ਹੁਣ ਇੰਨਾ ਇਫੈਕਟ ਹੈ, ਉਹ ਉਸ ਟਾਈਮ 'ਤੇ ਜਿਸ ਟਾਈਮ 'ਤੇ ਬਣੀਆਂ ਹੋਣਗੀਆਂ, ਉਦੋਂ ਕਿੰਨਾ ਇਫੈਕਟ ਹੁੰਦਾ ਹੋਵੇਗਾ। ਪਿਆਸਾ ਮੂਵੀ, ਜਿਸ ਮੂਵੀ ਦੇ ਇੱਕ ਗਾਣੇ ਦੇ ਬੇਸ 'ਤੇ ਅਸੀਂ ਆਪਣੇ ਪ੍ਰੋਗਰਾਮ ਦਾ ਨਾਂ ਰੱਖਿਆ ਕਿ ਇਹ ਦੁਨੀਆ ਅਗਰ ਮਿਲ ਵੀ ਜਾਏ ਤਾਂ ਕਿਆ ਹੈ ਨਾ। ਉਹ ਉਹਦੇ ਗਾਣੇ ਦੇਖੋ, ਜਿੰਨੇ ਨਾਜ਼ ਹੈ ਹਿੰਦ ਪਰ ਉਹ ਕਹਾਂ ਹੈ। ਠੀਕ ਹੈ ਜੀ, ਅਤੇ ਹੋਰ ਵੀ ਕਿੰਨੇ ਗਾਣੇ ਉਹਦੇ। ਠੀਕ ਹੈ ਜੀ, ਕਾਗਜ਼ ਕੇ ਫੂਲ ਮੂਵੀ ਬਣੀ ਸੀ। ਠੀਕ ਹੈ ਜੀ, ਕਾਗਜ਼ ਕੇ ਫੂਲ ਮੂਵੀ ਹੈ ਨਾ। ਤਾਂ ਇਹ ਗੱਲ ਹੈ ਕਿ ਇਹ ਐਂਡਲੈਸ ਇਹ ਹੈ ਦੀ ਲਿਸਟ ਹੈ। ਔਰ ਹੁਣ ਜਿਹੜਾ ਸੀ ਆਪਣਾ ਗੁਰੂ ਦੱਤ ਸੀ ਜਿਹੜਾ ਇੱਕ, ਬਹੁਤ ਵਧੀਆ, ਜਿਹਨੂੰ ਕਹਿੰਦੇ ਕਿ ਸ਼ਕਲ ਵੀ ਉਹਦੀ ਸ਼ਿਵ ਕੁਮਾਰ ਬਟਾਲਵੀ ਨਾਲ ਰਲਦੀ ਸੀ, ਉਹਦੀਆਂ ਆਦਤਾਂ ਵੀ ਉਹਦੇ ਨਾਲ ਰਲਦੀਆਂ ਸੀ, ਅਤੇ ਉਹਦਾ ਜਿਹੜਾ ਸ਼ਾਇਰਾਨਾ ਤਰੀਕਾ ਉਹ ਵੀ ਉਹਦੇ ਨਾਲ ਲਹਿਜਾ ਆਉਂਦਾ ਸੀ। ਹੁਣ ਉਹਦੀ ਡੈਥ ਜਿਹੜੀ ਹੈ ਬੜੀ ਪੇਨਫੁਲ ਹੋਈ ਹੈ। ਹਾਂਜੀ, ਉਹ ਲਾਸਟ ਮੂਮੈਂਟ 'ਤੇ ਜਦੋਂ ਡੈਥ ਹੋਣ ਲੱਗੀ ਹੈ, ਉਹਨੇ ਆਪਣੇ
ਪਤਾ ਨਹੀਂ ਸ਼ਾਇਦ ਕਿਸੇ ਸਿੰਗਰ ਸੀ, ਆਸ਼ਾ ਭੋਸਲੇ ਨੂੰ ਉਹਨੂੰ ਕਿਹਾ ਕਿ ਮੇਰੇ ਘਰ ਫੋਨ ਕਰ, ਮੈਂ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦਾ। ਵਾਈਫ ਨਾਲ ਇਹਨੇ ਸੀ, ਵਖਰੇਵੇ ਪੈ ਗਏ ਸੀ ਉਸ ਟਾਈਮ 'ਤੇ। ਵਾਈਫ ਨੇ ਫੋਨ ਪਟਾਕੇ ਥੱਲੇ ਮਾਰਿਆ, ਠੀਕ ਹੈ ਜੀ। ਉਹ ਕਹਿੰਦੀ ਨਹੀਂ ਮੈਂ ਨਹੀਂ ਮਿਲਣ ਦੇਣਾ। ਅਤੇ ਉਹ ਇਨਸਾਨ ਬੱਚਿਆਂ ਨੂੰ ਮਿਲਣ ਨੂੰ ਤਰਸਦਾ ਹੋਇਆ ਜ਼ਿੰਦਗੀ 'ਚ, ਉਸੇ ਰਾਤ ਉਹਦੀ ਡੈਥ ਹੋ ਗਈ। ਉਸ ਦਾ ਵਾਈਫ ਹੀ ਬਾਤ ਸੋਚਦੀ ਹੋਏ ਕਿ ਮੈਂ ਇੱਕ ਵਾਰੀ ਮਿਲਾ ਹੀ ਦਿੰਦੀ, ਠੀਕ ਹੈ ਜੀ। ਪਰ ਉਹ ਕਹਿੰਦਾ ਨਾ ਕਿ ਪੁਲਾਂ ਥੱਲੋਂ ਲੰਘਿਆ ਪਾਣੀ ਇੱਕ ਵਾਰੀ ਨਹੀਂ ਆਉਂਦਾ ਹੈਗਾ। ਸੋ ਮੁੱਖ ਦੀ ਗੱਲ ਇਹ ਹੈ ਕਿ ਟ੍ਰੈਜਡੀ ਜਿਹੜੀ ਹੈ ਨਾ, ਜਿਹੜੇ ਟ੍ਰੈਜਡੀ ਕਿੰਗਸ ਫਿਲਮਾਂ 'ਚ ਹੁੰਦੇ ਆ, ਉਹਨਾਂ ਦੀ ਖੁਦ ਦੀ ਲਾਈਫ ਵੀ ਟ੍ਰੈਜਿਕ ਤਰੀਕੇ ਨਾਲ ਹੀ ਐਂਡ ਹੁੰਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਹਰ ਇੱਕ ਦੀ ਲਾਈਫ ਜਿਹੜੀ ਹੈ, ਜਿਸ ਬੰਦੇ ਨੇ ਐਂਟਰਟੇਨਮੈਂਟ ਦਿੱਤੀ ਹੈ ਲੋਕਾਂ ਨੂੰ, ਉਹਦੀ ਲਾਈਫ ਜਿਹੜੀ ਹੈ ਇੰਨੀ ਟ੍ਰੈਜਿਕਲੀ ਖਤਮ ਹੋਏ। ਉਹ ਹੱਸਦਾ ਗਾਉਂਦਾ ਹੀ ਜਾਵੇ, ਹੱਸਦਾ ਗਾਉਂਦਾ ਜਾਏ, ਪੀਸਫੁਲ ਜਾਵੇ। ਪਰ ਹੁਣ ਦੇਖੋ ਰਾਜੇਸ਼ ਖੰਨਾ ਜਿਹੜਾ ਸੀ ਆਪਣੇ ਟਾਈਮ ਦਾ ਏਡਾ ਸੀ, ਜਦੋਂ ਡੈਥ ਹੋਣ ਲੱਗੀ ਤੇ ਰਾਜੇਸ਼ ਖੰਨਾ ਤੇ ਮੁਮਤਾਜ਼ ਨੇ ਆਪਸ 'ਚ ਕਾਫੀ ਫਿਲਮਾਂ ਕੀਤੀਆਂ। ਹਾਂਜੀ, ਈਵਨ ਜਿਹੜੀ ਉਹਦੀ ਆਪਣੀ ਵਾਈਫ ਸੀ ਡਿੰਪਲ ਕਵਾੜੀਆ, ਉਹ ਕਹਿੰਦੀ ਕਿ ਤੈਨੂੰ ਵਿਆਹ ਹੀ ਇਹਦੇ ਨਾਲ ਕਰਾਉਣਾ ਚਾਹੀਦਾ ਸੀ, ਠੀਕ ਹੈ ਜੀ। ਚਲੋ ਡਿਫਰੈਂਟ ਸਟੋਰੀ ਹੈ। ਪਰ ਹੁਣ ਉਹ ਟੋਰਾਂਟੋ ਹੈ ਜੀ, ਮੁਮਤਾਜ਼ ਜਿਹੜੀ ਹੈ ਉਹ ਟੋਰਾਂਟੋ ਸੈਟਲਡ ਹੈਗੀ ਹੈ। ਤੇ ਉਹ ਲਿਖਦੀ ਕਿ ਜਦੋਂ ਮੈਂ ਗਈ, ਕਿਤੇ ਫੋਨ ਹੈਗਾ ਤਾਂ ਉਹਨੂੰ ਮਿਲਾ ਹੀ ਲਓ, ਟਰਾਈ ਕਰਾਂਗੇ ਜੀ ਜ਼ਰੂਰ। ਹਾਂਜੀ, ਠੀਕ ਹੈ ਜੀ। ਤੇ ਹਰੇ ਰਾਮਾ ਹਰੇ ਕ੍ਰਿਸ਼ਨਾ ਮੂਵੀ ਬਹੁਤ ਸੋਹਣੀ, ਕਿਤੇ ਟਾਈਮ ਦੇਖਿਓ। ਕਹਿੰਦੇ ਜਦੋਂ ਉਹ ਡੈਥ ਬੈੱਡ 'ਤੇ ਸੀ, 2-4 ਦਿਨ ਬਾਅਦ ਡੈਥ ਹੋ ਗਈ ਹੈ, ਅਤੇ ਮੁਮਤਾਜ਼ ਉਹਨੂੰ ਮਿਲਣ ਗਈ ਅਤੇ ਕਹਿੰਦੀ ਵੀ ਉਹਨੂੰ ਹੋਸ਼ ਨਹੀਂ ਸੀ ਰਾਜੇਸ਼ ਖੰਨਾ, ਲੇਕਿਨ ਉਹ ਉਹਦੀ ਸ਼ਕਲ ਵੇਖ ਕੇ ਇੱਕਦਮ ਉੱਠ ਖਲੋਤਾ ਅਤੇ ਉਹਨੂੰ ਕਹਿੰਦਾ ਮੈਨੂੰ ਕੈਂਸਰ ਹੋ ਗਿਆ, ਠੀਕ ਹੈ ਜੀ। ਉਹਦਾ ਹੱਥ ਫੜ ਲਿਆ, ਉਹ ਕਹਿੰਦੇ ਮੈਨੂੰ ਵੀ ਕੈਂਸਰ ਹੈ, ਠੀਕ ਹੈ ਜੀ। ਔਰ ਜਦੋਂ ਉਹਨੂੰ ਕਿਹਾ ਕਿ ਉਹਨੂੰ ਪਤਾ ਲੱਗਾ ਕਿ ਮੁਮਤਾਜ਼ ਨੂੰ ਵੀ ਕੈਂਸਰ, ਫਿਰ ਹੱਥ ਫੜ ਕੇ ਉਹ ਰੋ ਪਿਆ ਉੱਥੇ, ਠੀਕ ਹੈ ਜੀ। ਉਹ ਸਾਰੀ ਉਹਦੀ ਰੀਅਲ ਸਟੋਰੀ ਵੀ ਆਨੰਦ ਪਿਕਚਰ ਵਰਗੀ, ਆਨੰਦ ਪਿਕਚਰ ਵਰਗੀ ਮੂਵੀ ਹੈ, ਉਹਦੀ ਸਟੋਰੀ ਹੈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਟ੍ਰੈਜਡੀ ਹੈ, ਚਾਹੇ ਉਹ ਕਿਸੇ ਆਮ ਇਨਸਾਨ ਦੀ ਲਾਈਫ ਦੇ ਆਖਰੀ ਪੜਾਅ 'ਤੇ ਹੋਏ, ਜਾਂ ਇੱਕ ਬਹੁਤ ਵੱਡੇ ਰਹੇ ਹੋਏ ਆਪਣੇ ਟਾਈਮ 'ਤੇ ਰਹੇ ਹੋਏ ਕਲਾਕਾਰ ਦੇ ਲਾਈਫ ਦੀ ਲਾਸਟ ਪਾਰਟ 'ਤੇ ਹੋਏ, ਬੜੀ ਪੇਨਫੁਲ ਹੁੰਦੀ ਹੈ। ਸਾਡਾ ਅੱਜ ਦਾ ਇਹ ਪ੍ਰੋਗਰਾਮ ਸੀ ਜੀ ਜਨਾਬ ਸ਼ੌਕਤ ਅਲੀ ਨੂੰ ਸ਼ਰਧਾਂਜਲੀ ਦੇਣਾ, ਅਤੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਦੀ ਜ਼ਿੰਦਗੀ ਤਕਰੀਬਨ ਇਹਨਾਂ ਨਾਲ ਮਿਲਦੀ ਜੁਲਦੀ ਸੀ। ਹੋ ਸਕਦਾ ਕੋਈ ਬਹੁਤ ਸੁਪਰਸਟਾਰ ਹੋਵੇ, ਅਰਬਾਂਪਤੀ ਹੋਵੇ, ਕਰੋੜਾਪਤੀ ਹੋਵੇ, ਉਸ ਦੁਨੀਆ ਭਰ ਦੀਆਂ ਸਾਰੀਆਂ ਸੁੱਖ ਸਹੂਲਤਾਂ ਦੇ ਕੋਲ ਹੋਣ, ਪਰ ਕਈ ਵਾਰੀ ਅੰਦਰੋਂ ਉਹ ਭਰਿਆ ਨਹੀਂ ਹੁੰਦਾ, ਅੰਦਰ ਉਹਦਾ ਖਾਲੀ ਹੁੰਦਾ। ਅਸੀਂ ਉਹ ਖਾਲੀ ਜਿਹੜੇ ਅੰਦਰ ਵਾਲੇ ਇਨਸਾਨਾਂ ਦੀ ਗੱਲ ਕਰਦੇ ਹਾਂ, ਭਰਿਆਂ ਦੀ ਗੱਲ ਦੁਨੀਆ ਕਰਨ ਵਾਲੀ ਬਹੁਤ ਮਿੱਠੀ ਹੈ। ਸ਼ਾਇਦ ਉਹ ਸਾਡੇ ਹਿੱਸੇ ਨਹੀਂ ਹੈ। ਸਾਡੇ ਹਿੱਸੇ ਉਹ ਲੋਕ ਹੈ ਜਿਨ੍ਹਾਂ ਦੇ ਅੰਦਰ ਖਾਲੀ ਹੈ, ਬਾਹਰੋਂ ਉਹ ਦੇਖਣ ਪੱਖਣ ਨੂੰ ਚੰਗੇ ਲੱਗਦੇ। ਜਨਾਬ ਸ਼ੌਕਤ ਅਲੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਅਤੇ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਕਿ ਇਹ ਪਾਕਿਸਤਾਨ ਦੇ ਸਿੰਗਰ ਹੈ, ਇਹ ਸਾਡੇ ਸਿੰਗਰ ਹੈ, ਲੋਕਾਂ ਦੇ ਸਿੰਗਰ ਹੈ। ਲੋਕਾਂ ਲਈ ਇਹਨਾਂ ਨੇ ਗਾਇਆ, ਲੋਕਾਂ ਦੀ ਸੇਵਾ ਕੀਤੀ, ਸੱਭਿਆਚਾਰ ਦੀ ਸੇਵਾ ਕੀਤੀ। ਇਹਨਾਂ ਬਾਰੇ ਕੋਈ ਉਲਾਂਭਾ ਨਹੀਂ ਕਿ ਇਹਨਾਂ ਨੇ ਕੋਈ ਮਾੜਾ ਗਾਇਆ। ਸਾਡੇ ਸੂਫੀ ਗਾਇਕ ਕਹਾਉਂਦੇ ਮਾੜਾ ਗਾਉਣ ਤੋਂ ਗੁਰੇਜ਼ ਨਹੀਂ ਕਰਦੇ, ਪਰ ਜਨਾਬ ਸ਼ੌਕਤ ਅਲੀ ਉੱਤੇ ਇਹੋ ਜਿਹਾ ਕੋਈ ਉਲਾਂਭਾ ਨਹੀਂ ਹੈ, ਇਹੋ ਜਿਹਾ ਕੋਈ ਦਾਗ ਨਹੀਂ ਹੈ। ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹੈਗੇ। ਉਹਨਾਂ ਨੂੰ ਯਾਦ ਕਰਕੇ ਸਾਨੂੰ ਵੀ ਲੱਗਦਾ ਕਿ ਸਾਡੇ ਕੋਲੋਂ ਇੱਕ ਬਹੁਤ ਵਧੀਆ ਗਾਇਕ ਜਿਹੜਾ ਉਹ ਚਲਾ ਗਿਆ, ਪੰਜਾਬੀਆਂ ਕੋਲੋਂ, ਪਾਕਿਸਤਾਨੀਆਂ ਕੋਲੋਂ ਨਹੀਂ, ਹਿੰਦੁਸਤਾਨੀਆਂ ਕੋਲੋਂ ਨਹੀਂ, ਪੰਜਾਬੀਆਂ ਕੋਲੋਂ ਇੱਕ ਗਾਇਕ ਵਿਛੜ ਗਿਆ। ਉਹਦੀ ਰੂਹ ਨੂੰ ਸ਼ਾਂਤੀ ਮਿਲਣੀ ਚਾਹੀਦੀ। ਸਾਡੇ ਵੱਲੋਂ ਉਹਨੂੰ ਸ਼ਰਧਾਂਜਲੀ ਹੈ। ਚੰਦਾ ਜੀ ਤੁਸੀਂ ਆਏ ਹੋ, ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਬਹੁਤ ਉਹ ਕਲਾਕਾਰਾਂ ਦੇ ਦਰਸ਼ਨ ਕਰਵਾਤੇ, ਗੱਲੀ ਬਾਤੀ ਜਿਨ੍ਹਾਂ ਨੂੰ ਲੋਕੀ ਭੁੱਲ ਗਏ। ਨਹੀਂ ਭੁੱਲਣਾ ਚਾਹੀਦਾ, ਨਹੀਂ ਭੁੱਲਾਂਗੇ। ਕੋਸ਼ਿਸ਼ ਹੈ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਕਲਾਵੇ 'ਚ ਲੈ ਕੇ ਅਗਲੇ ਦੇ ਪ੍ਰੋਗਰਾਮਾਂ 'ਚ ਫਿਰ ਕਦੀ ਗੱਲ ਕਰਾਂਗੇ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ, ਮਿਹਰਬਾਨੀ।